ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਵਾਰਤਾ ਹੋ ਰਹੀ ਹੈ। ਕੋਲੇ ਦੇ 199 ਛੰਦ ਹਨ, ਜਿਸ ਦੇ ਵਿੱਚੋਂ 184 ਛੰਦਾਂ ਦੀ ਕਥਾ ਹੋ ਚੁੱਕੀ ਹੈ। ਬਾਕੀ 15 ਛੰਦ ਨੇ, ਉਹਨਾਂ ਦੀ ਅੱਜ ਕਥਾ ਹੋ ਰਹੀ ਹੈ। ਸੋ 185ਵੇਂ ਛੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਉਹਦਾ ਹੈਡਿੰਗ ਹੈ ਭੁਜੰਗ ਪ੍ਰਿਆਤ ਛੰਦ। ਇਹ ਛੰਦ ਦਾ ਨਾਮ ਹੈ ਭੁਜੰਗ ਪ੍ਰਿਆਤ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ। ਨਮੋ ਹੁੰਦਾ ਨਮਸਕਾਰ, ਜਿਹਨੂੰ ਨਮਸਤੇ ਕਹਿੰਦੇ ਨੇ, ਨਮਸਕਾਰ ਕਹਿੰਦੇ ਨੇ। ਨਮੋ ਸੂਰਜ ਸੂਰਜੇ, ਹੇ ਸੂਰਜਾਂ ਦੇ ਸੂਰਜ, ਤੈਨੂੰ ਨਮਸਕਾਰ ਹੈ। ਪਰਮਾਤਮਾ ਨੇ ਸੂਰਜ ਬਣਾਇਆ, ਉਹ ਸੂਰਜਾਂ ਦਾ ਵੀ ਸੂਰਜ ਹੈ। ਹੇ ਸੂਰਜਾਂ ਦੇ ਸੂਰਜ ਪ੍ਰਭੂ, ਤੈਨੂੰ ਨਮਸਕਾਰ ਹੈ। ਨਮੋ ਚੰਦਰ ਚੰਦਰੇ, ਹੇ ਚੰਦਰਮਾ ਦੇ ਚੰਦਰਮਾ, ਤੈਨੂੰ ਨਮਸਕਾਰ ਹੈ। ਜਿਵੇਂ ਕਹਿੰਦੇ ਨਮੋ ਰਾਜ ਰਾਜੇ, ਵੀ ਹੇ ਰਾਜਿਆਂ ਦੇ ਰਾਜੇ। ਨਮੋ ਰਾਜ ਰਾਜੇ, ਹੇ ਰਾਜਿਆਂ ਦੇ ਰਾਜੇ, ਤੈਨੂੰ ਨਮਸਕਾਰ ਹੈ। ਨਮੋ ਇੰਦਰ ਇੰਦਰੇ, ਹੇ ਇੰਦਰਾਂ ਦੇ ਇੰਦਰ, ਤੈਨੂੰ ਨਮਸਕਾਰ ਹੈ। ਨਮੋ ਅੰਧਕਾਰੇ, ਗੁੱਪ ਹਨੇਰਾ ਕਰਨ ਵਾਲੇ ਨੂੰ ਕਹਿੰਦੇ ਅੰਧਕਾਰੇ। ਤੂੰ ਗੁੱਪ ਹਨੇਰਾ ਕਰਨ ਵਾਲਾ ਹੈ, ਤੈਨੂੰ ਨਮਸਕਾਰ ਹੈ। ਹੇ ਗੁੱਪ ਹਨੇਰਾ ਕਰਨ ਵਾਲੇ, ਤੈਨੂੰ ਨਮਸਕਾਰ ਹੈ। ਨਮੋ ਤੇਜ ਤੇਜੇ, ਤੇਜ ਪ੍ਰਕਾਸ਼ ਨੂੰ ਕਹਿੰਦੇ ਨੇ। ਤੂੰ ਪ੍ਰਕਾਸ਼ ਦਾ ਪ੍ਰਕਾਸ਼ ਹੈ, ਭਾਵ ਤੂੰ ਬਹੁਤ ਤੇਜ ਪ੍ਰਕਾਸ਼ ਵਾਲਾ ਹੈ। ਕਹਿ ਤੈਨੂੰ ਨਮੋ ਨਮੇ, ਨਮਸਤੇ, ਨਮਸਕਾਰ। ਨਮੋ ਬ੍ਰਿੰਦ ਬ੍ਰਿੰਦੇ, ਬ੍ਰਿੰਦ ਵੱਡੇ ਨੂੰ ਕਹਿੰਦੇ ਨੇ। ਬ੍ਰਿੰਦ ਬ੍ਰਿੰਦੇ, ਵੱਡਿਆਂ ਦੇ ਵੱਡੇ। ਹੇ ਵੱਡਿਆਂ ਦੇ ਵੱਡੇ ਪ੍ਰਭੂ, ਤੈਨੂੰ ਨਮਸਕਾਰ ਹੈ। ਨਮੋ ਬੀਜ ਬੀਜੇ, ਤੂੰ ਬੀਜਾਂ ਦਾ ਬੀਜ ਹੈ। ਆਖਰ ਬੀਜ ਵੀ ਤਾਂ ਕਿਸੇ ਤੋਂ ਬਣੇ ਹੋਏ ਨੇ। ਸੋ ਤੂੰ ਬੀਜਾਂ ਦਾ ਬੀਜ ਹੈ, ਤੈਨੂੰ ਨਮਸਕਾਰ ਹੈ। ਫਿਰ ਦੇਖੋ ਨਮੋ ਸੂਰਜ ਸੂਰਜੇ, ਹੇ ਸੂਰਜਾਂ ਦੇ ਸੂਰਜ, ਤੈਨੂੰ ਨਮਸਕਾਰ ਹੈ। ਨਮੋ ਚੰਦਰ ਚੰਦਰੇ, ਹੇ ਚੰਦਰਮਾ ਦੇ ਚੰਦਰਮਾ, ਤੈਨੂੰ ਨਮਸਕਾਰ ਹੈ। ਨਮੋ ਰਾਜ ਰਾਜੇ, ਹੇ ਰਾਜਿਆਂ ਦੇ ਰਾਜੇ, ਤੈਨੂੰ ਨਮਸਕਾਰ ਹੈ। ਨਮੋ ਇੰਦਰ ਇੰਦਰੇ, ਹੇ ਇੰਦਰਾਂ ਦੇ ਇੰਦਰ, ਤੈਨੂੰ ਨਮਸਕਾਰ ਹੈ। ਨਮੋ ਅੰਧਕਾਰੇ, ਹੇ ਗੁੱਪ ਹਨੇਰਾ ਕਰਨ ਵਾਲੇ, ਤੈਨੂੰ ਨਮਸਕਾਰ ਹੈ। ਨਮੋ ਤੇਜ ਤੇਜੇ, ਹੇ ਤੇਜ ਪ੍ਰਕਾਸ਼ ਵਾਲੇ, ਤੈਨੂੰ ਨਮਸਕਾਰ ਹੈ। ਨਮੋ ਬ੍ਰਿੰਦ ਬ੍ਰਿੰਦੇ, ਹੇ ਵੱਡਿਆਂ ਦੇ ਵੱਡੇ, ਵੱਡਿਆਂ ਦੇ ਵੱਡੇ ਪ੍ਰਭੂ, ਤੈਨੂੰ ਨਮਸਕਾਰ ਹੈ। ਨਮੋ ਬੀਜ ਬੀਜੇ, ਹੇ ਬੀਜਾਂ ਦੇ ਬੀਜ, ਤੈਨੂੰ ਨਮਸਕਾਰ ਹੈ। ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ। ਖਿਆਲ ਰੱਖਣਾ, ਕਈ ਗੁਟਕਾ ਸਾਤ ਛਪਿਆ ਬਿੰਦੀ ਲਾ ਕੇ। ਕਈ ਵਾਰੀ ਪ੍ਰਿੰਟ ਜਿਹੜਾ ਮਿਸ ਪ੍ਰਿੰਟ ਹੋ ਜਾਂਦਾ ਹੈ, ਇੱਕ ਤੇ ਬਿੰਦੀ ਲੱਗ ਗਈ, ਫਿਰ ਅੱਗੇ 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 ਉਸੇ ਚਲੀ ਜਾਂਦਾ ਹੈ। ਮਾਇਆ ਦੇ 3 ਗੁਣ ਨੇ, ਰਜੋ ਤਮੋ ਸਤੋ, ਇਸ ਲਈ ਸਾਤ ਹੈ। ਜੇ ਬਿੰਦੀ ਪੜ੍ਹੇ ਉਹ ਜਗ੍ਹਾ ਸ਼ਾਂਤ, ਸ਼ਾਂਤੀ ਜਿਹਨੂੰ ਕਹਿੰਦੇ ਨੇ, ਉਹ ਹੋਰ ਥਾਂ 'ਤੇ ਆਵੇਗਾ। ਜਿੱਥੇ ਆਵੇਗਾ ਉੱਥੇ ਦੱਸਿਆ ਜਾਏਗਾ ਵੀ ਇੱਥੇ ਦਾ ਮਤਲਬ ਸ਼ਾਂਤ ਹੈ, ਇੱਥੇ ਸਾਤ ਹੈ।
ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ। ਹੇ ਰਜੋ ਗੁਣੀ ਤਮੋ ਗੁਣੀ ਅਤੇ ਸਤੋ ਗੁਣੀ ਪਰਮਾਤਮਾ ਤੈਨੂੰ ਨਮਸਕਾਰ। ਧਰਮ ਦੇ ਵਿੱਚ ਮਾਇਆ ਦੇ 3 ਗੁਣ ਗਿਣੇ ਨੇ, ਰਜੋ ਤਮੋ ਸਤੋ। ਉਹਨੂੰ ਕਹਿੰਦੇ ਰਾਜਸ ਤਾਮਸ ਸਾਤਕ। ਰਜੋ ਗੁਣ ਹੁੰਦਾ ਹੈ ਮੈਂ ਤਰੱਕੀ ਕਰਾਂ, ਦੂਜੇ ਦਾ ਭਾਵੇਂ ਨੁਕਸਾਨ ਹੋ ਜਾਏ। ਤਮੋ ਗੁਣ ਹੁੰਦਾ ਹੈ ਨਾ ਆਪਣਾ ਕੋਈ ਫਾਇਦਾ ਨਾ ਕੋਈ ਦੂਸਰੇ ਦਾ ਫਾਇਦਾ। ਇਹ ਜਿਹੜੇ ਕ੍ਰੋਧੀ ਲੋਕ ਹੁੰਦੇ ਨੇ, ਵੱਧ ਚੱਲਣ ਲੋਕ ਹੁੰਦੇ ਨੇ, ਇਹਨਾਂ ਨੂੰ ਤਮੋ ਗੁਣੀ ਕਹਿੰਦੇ ਨੇ। ਨਸ਼ੇ ਕਰਨ ਵਾਲੇ ਇਹ ਵੀ ਤਮੋ ਗੁਣੀ ਹੁੰਦੇ ਨੇ। ਸਾਤਵਿਕ ਉਹ ਹੁੰਦੇ ਨੇ ਜਿਨ੍ਹਾਂ ਦਾ ਭੋਜਨ ਵੀ ਸਹੀ ਹੁੰਦਾ ਅਤੇ ਜਿਨ੍ਹਾਂ ਦੇ ਕਰਮ ਵੀ ਸਹੀ ਹੁੰਦੇ ਨੇ। ਸੋ ਪਰਮਾਤਮਾ ਜਿਹੜਾ ਹੈ ਇਹ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ। ਇਹ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਪਰਮ ਤਤੰ ਅਤਤੰ ਸਰੂਪੇ। ਤੂੰ ਤੱਤਾਂ ਦੇ ਵਿੱਚੋਂ ਸਭ ਤੋਂ ਵੱਡਾ ਤੱਤ ਹੈ। ਪਰਮ ਸਭ ਤੋਂ ਵੱਡੇ ਨੂੰ ਕਹਿੰਦੇ। ਪੰਜ ਤੱਤ ਗਿਣੇ ਗਏ ਨੇ। ਉਂਝ ਤੇ 102 ਤੱਤ ਸਾਇੰਸਦਾਨਾਂ ਨੇ ਲੱਭ ਲੈਣੇ, ਪਰ ਉਹ ਇਹ ਪੰਜਾਂ ਤੱਤਾਂ ਦੀ ਬ੍ਰਾਂਚਾਂ ਨੇ ਅੱਗੇ। ਇਹ ਪੰਜ ਤੱਤ ਮੇਨ ਨੇ, ਉਹਨਾਂ ਦੇ ਵਿੱਚੋਂ ਅੱਗੇ ਅੱਗੇ ਫਿਰ ਤੱਤ ਨਿਕਲੇ ਨੇ। ਸੋ ਤੱਤਾਂ ਦੇ ਵਿੱਚੋਂ ਤੂੰ ਸਭ ਤੋਂ ਵੱਡਾ ਤੱਤ ਹੈ। ਪਰਮ ਸਭ ਤੋਂ ਵੱਡਾ। ਤੱਤਾਂ ਦੇ ਵਿੱਚੋਂ ਸਭ ਤੋਂ ਵੱਡੇ ਤੱਤ ਤੈਨੂੰ ਨਮਸਕਾਰ ਹੈ। ਅਤਤੰ ਸਰੂਪੇ। ਪਰ ਤੂੰ ਤੱਤਾਂ ਤੋਂ ਰਹਿਤ ਹੈ। ਤੂੰ ਤੱਤਾਂ ਤੋਂ ਰਹਿਤ ਹੈ। ਅਤਤੰ ਕਿਉਂ? ਪਰਮਾਤਮਾ ਤੱਤਾਂ ਦਾ ਨਹੀਂ ਬਣਿਆ ਹੋਇਆ, ਆਪਾਂ ਪੰਜਾਂ ਤੱਤਾਂ ਦੇ ਬਣੇ ਹੋਏ ਹਾਂ। ਪਰਮਾਤਮਾ ਕਿਸੇ ਤੱਤ ਤੋਂ ਨਹੀਂ ਬਣਿਆ ਹੋਇਆ, ਇਸ ਲਈ ਅਤੱਤ ਹੈ। ਅਤਤੰ ਸਰੂਪੇ। ਹੇ ਅਤੱਤ ਸਰੂਪ ਵਾਲੇ, ਹੇ ਤੱਤਾਂ ਤੋਂ ਰਹਿਤ ਸਰੂਪ ਵਾਲੇ ਤੈਨੂੰ ਨਮਸਕਾਰ ਹੈ। ਨਮੋ ਜੋਗ ਜੋਗੇ। ਜੋਗ ਹੁੰਦਾ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ। ਯੋਗ ਰੱਬ ਨਾਲ ਜੁੜਨ ਦੀ ਕਿਰਿਆ ਨੂੰ ਕਹਿੰਦੇ ਨੇ। ਜਿਹੜੇ ਰੱਬ ਨਾਲ ਜੁੜੇ ਹੁੰਦੇ ਉਹਨੂੰ ਕਹਿੰਦੇ ਯੋਗੀ। ਹਿੰਦੀ ਵਾਲੇ ਕਹਿੰਦੇ ਯੋਗੀ ਯਈਏ ਨਾਲ, ਆਪਾਂ ਕਹਿੰਦੇ ਜੱਜੇ ਨਾਲ ਕਹਿੰਦੇ ਜੋਗੀ। ਆਮ ਤੌਰ 'ਤੇ ਜੋਗੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਜੋਗੀ ਰੰਗ ਦੇ ਕੱਪੜੇ ਪਹਿਨਦੇ ਨੇ ਲੋਕਾਂ ਨੂੰ। ਅਸਲ ਵਿੱਚ ਜੋਗੀ ਦਾ ਮਤਲਬ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ। ਨਮੋ ਜੋਗ ਜੋਗੇ। ਹੇ ਜੋਗੀਆਂ ਦੇ ਜੋਗੀ ਤੈਨੂੰ ਨਮਸਕਾਰ ਹੈ। ਨਮੋ ਗਿਆਨ ਗਿਆਨੀ। ਹੇ ਗਿਆਨ ਦੇ ਗਿਆਨ, ਭਾਵ ਹੇ ਗਿਆਨੀਆਂ ਦੇ ਗਿਆਨੀ ਤੈਨੂੰ ਨਮਸਕਾਰ ਹੈ। ਜਿਹਨਾਂ ਨੂੰ ਗਿਆਨ ਹੈ ਕਿ ਤੂੰ ਉਹਨਾਂ ਦਾ ਅੱਗੋਂ ਗਿਆਨ ਹੈ। ਜਿਹੜੇ ਗਿਆਨ ਵਾਲੇ ਤੂੰ ਉਹਨਾਂ ਦਾ ਗਿਆਨ ਹੈ, ਇਸ ਲਈ ਕਿ ਨਮੋ ਗਿਆਨ ਗਿਆਨੀ। ਹੇ ਗਿਆਨ ਦੇ ਗਿਆਨ ਤੈਨੂੰ ਨਮਸਕਾਰ ਹੈ। ਭਾਵ ਹੇ ਗਿਆਨੀਆਂ ਦੇ ਗਿਆਨੀ ਤੈਨੂੰ ਨਮਸਕਾਰ ਹੈ। ਨਮੋ ਜੋਗ ਜੋਗ ਦੇਵ। ਹੇ ਜੋਗਾਂ ਦੇ ਜੋਗ, ਭਾਵ ਹੇ ਜੋਗੀਆਂ ਦੇ ਜੋਗੀ ਤੈਨੂੰ ਨਮਸਕਾਰ ਹੈ। ਹੇ ਗਿਆਨੀਆਂ ਦੇ ਗਿਆਨੀ ਤੈਨੂੰ ਨਮਸਕਾਰ ਹੈ। ਨਮੋ ਮੰਤਰ ਮੰਤਰੇ। ਤੂੰ ਮੰਤਰਾਂ ਦਾ ਵੀ ਮੰਤਰ ਹੈ, ਜਿਹਨੂੰ ਮਹਾਮੰਤਰ ਕਹਿੰਦੇ। ਤੂੰ ਮੰਤਰਾਂ ਦਾ ਮੰਤਰ ਹੈ, ਤੈਨੂੰ ਨਮਸਕਾਰ ਹੈ। ਨਮੋ ਧਿਆਨ ਧਿਆਨੇ। ਤੂੰ ਧਿਆਨੀਆਂ ਵਿੱਚ ਸਭ ਤੋਂ ਵੱਡਾ ਧਿਆਨੀ ਹੈ। ਧਿਆਨ ਜਿਹੜਾ ਆਪਾਂ ਪਰਮਾਤਮਾ ਨਾਲ ਧਿਆਨ ਜੋੜਦੇ ਹਾਂ, ਤੂੰ ਧਿਆਨਾਂ ਦਾ ਧਿਆਨ ਹੈ, ਭਾਵ ਤੂੰ ਧਿਆਨੀਆਂ ਦਾ ਧਿਆਨੀ ਹੈ। ਜਿਵੇਂ ਆਪਾਂ ਕਹਿੰਦੇ ਤੂੰ ਰਾਜਿਆਂ ਦਾ ਰਾਜਾ ਹੈ, ਇਸ ਤਰ੍ਹਾਂ ਤੂੰ ਧਿਆਨੀਆਂ ਦਾ ਧਿਆਨੀ ਹੈ, ਧਿਆਨ ਲਾਉਣ ਵਾਲੇ ਦਾ ਧਿਆਨੀ। ਫਿਰ ਦੇਖੋ, ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ। ਹੇ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਪਰਮ ਤਤੰ ਅਤਤੰ ਸਰੂਪੇ। ਹੇ ਤੱਤਾਂ ਦੇ ਤੱਤ ਅਤੇ ਤੱਤਾਂ ਤੋਂ ਰਹਿਤ ਸਰੂਪ ਵਾਲੇ ਤੈਨੂੰ ਨਮਸਕਾਰ ਹੈ।
ਨਮੋ ਜੋਗ ਜੋਗੇ, ਹੇ ਜੋਗੀਆਂ ਦੇ ਜੋਗੀ ਤੈਨੂੰ ਨਮਸਕਾਰ ਹੈ। ਨਮੋ ਗਿਆਨ ਗਿਆਨੇ, ਹੇ ਗਿਆਨੀਆਂ ਦੇ ਗਿਆਨੀ ਤੈਨੂੰ ਨਮਸਕਾਰ ਹੈ। ਨਮੋ ਮੰਤਰ ਮੰਤਰੇ, ਹੇ ਮੰਤਰਾਂ ਦੇ ਮੰਤਰ ਤੈਨੂੰ ਨਮਸਕਾਰ ਹੈ। ਨਮੋ ਧਿਆਨ ਧਿਆਨੇ, ਹੇ ਧਿਆਨਾਂ ਦੇ ਧਿਆਨ ਭਾਵ ਹੇ ਧਿਆਨੀਆਂ ਦੇ ਧਿਆਨ ਧਿਆਨ ਤੈਨੂੰ ਨਮਸਕਾਰ ਹੈ। ਅੱਗੇ ਕਹਿੰਦੇ ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹ ਕਰਤਾ, ਨਮੋ ਸ਼ਾਂਤ ਰੂਪੇ। ਇਹ ਹੈ ਸ਼ਾਂਤ, ਇਹ ਬਿੰਦੀ ਨਾ ਚਾਹੀਦਾ। ਉਹ ਜਿਹੜਾ ਸਾਤ ਸੀ ਉਹ ਬਿਨਾਂ ਬਿੰਦੀ ਤੋਂ ਹੈ। ਨਮੋ ਕਲਹ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰ ਵਿਭੂਤੇ, ਨਮੋ ਯੁੱਧ ਯੁੱਧੇ। ਤੂੰ ਯੁੱਧਾਂ ਦਾ ਯੁੱਧ ਹੈ, ਤੂੰ ਯੁੱਧਾਂ ਦਾ ਯੁੱਧ ਹੈ ਭਾਵ ਤੂੰ ਸ੍ਰੇਸ਼ਟ ਯੁੱਧ ਕਰਨ ਵਾਲਾ ਹੈ। ਨਮੋ ਯੁੱਧ ਯੁੱਧੇ, ਯੁੱਧ ਦੀ ਲੜਾਈ ਹੁੰਦੀ ਕਿ ਨਹੀਂ। ਹੇ ਯੁੱਧਾਂ ਦੇ ਯੁੱਧ ਤੈਨੂੰ ਨਮਸਕਾਰ ਹੈ। ਨਮੋ ਗਿਆਨ ਗਿਆਨੇ, ਹੇ ਗਿਆਨੀਆਂ ਦੇ ਗਿਆਨੀ ਤੈਨੂੰ ਨਮਸਕਾਰ ਹੈ। ਨਮੋ ਭੋਜ ਭੋਜੇ, ਭੋਜ ਭੋਜਨ ਨੂੰ ਕਹਿੰਦੇ ਨੇ। ਹੇ ਭੋਜਨਾਂ ਦੇ ਭੋਜਨ ਤੈਨੂੰ ਨਮਸਕਾਰ ਹੈ। ਨਮੋ ਪਾਣ ਪਾਨੇ, ਪਾਣ ਪਾਣੀ ਨੂੰ ਕਹਿੰਦੇ ਨੇ। ਨਮੋ ਪਾਣ ਪਾਨੇ, ਹੇ ਪਾਣੀਆਂ ਦੇ ਪਾਣੀ ਤੈਨੂੰ ਨਮਸਕਾਰ ਹੈ। ਨਮੋ ਕਲਹ ਕਰਤਾ, ਕਲਾ ਲੜਾਈ ਝਗੜੇ ਨੂੰ ਕਹਿੰਦੇ। ਅਜੇ ਘਰ 'ਚ ਕਲਾ ਕਲੇਸ਼ ਰਹਿੰਦੀ ਹੈ। ਤੂੰ ਝਗੜੇ ਕਰਨ ਵਾਲਾ ਹੈ। ਬੜਾ ਅਜੀਬ ਲੱਗਦਾ ਕਈ ਵਾਰ ਵੇਰਾ ਬੇਹੋ ਜਿਹੇ ਕੰਮ ਕਰਦਾ ਹੈ, ਲੜਾਈਆਂ ਝਗੜੇ ਕਰਦਾ। ਉਹ ਸਾਡੇ ਵਿੱਚ ਬੈਠਾ ਹੋਇਆ ਹੈ ਅਤੇ ਅਸੀਂ ਲੜਦੇ ਹਾਂ, ਇਸ ਲਈ ਕਹਿੰਦੇ। ਮੈਂ ਜੇ ਪੜ੍ਹ ਕੇ ਮੈਂ ਦੇਖਿਆ ਵੀ ਰੱਬ ਨੂੰ ਜੋ ਮਰਜ਼ੀ ਕਹਿ ਲਓ ਮਨਜ਼ੂਰ ਹੈ ਉਹਨੂੰ। ਉਹ ਜੋ ਮਰਜ਼ੀ ਉਹਦਾ ਨਾਂ ਰੱਖ ਲਓ। ਦੇਖੋ ਅਗਰ ਤੂੰ ਝਗੜਾਲੂ ਹੈ ਵੀ ਰੱਬ ਝਗੜਾਲੂ ਹੈ, ਬੜਾ ਅਜੀਬ ਲੱਗੂਗਾ। ਫਿਰ ਨਹੀਂ, ਰੱਬ ਸ਼ਾਂਤ ਰੂਪ ਹੈ, ਉਹ ਦੋਨੋਂ ਹੀ ਰੂਪ ਹੈ। ਨਮੋ ਕਲਹ ਕਰਤਾ, ਹੇ ਕਲੇਸ਼ ਕਰਨ ਵਾਲੇ ਤੈਨੂੰ ਨਮਸਕਾਰ ਹੈ। ਨਮੋ ਸ਼ਾਂਤ ਰੂਪੇ, ਹੇ ਸ਼ਾਂਤੀ ਰੱਖਣ ਵਾਲੇ ਤੈਨੂੰ ਨਮਸਕਾਰ ਹੈ। ਨਮੋ ਇੰਦਰ ਇੰਦਰੇ, ਹੇ ਇੰਦਰਾਂ ਦੇ ਇੰਦਰ ਤੈਨੂੰ ਨਮਸਕਾਰ ਹੈ। ਅਨਾਦੰ ਵਿਭੂਤੇ, ਅਨਾਦੰਗ ਆਦਿ ਤੋਂ ਰਹਿਤ। ਪਰਮਾਤਮਾ ਆਦਿ ਤੋਂ ਰਹਿਤ ਹੈ, ਆਰੰਭ ਤੋਂ ਰਹਿਤ ਹੈ। ਵਿਭੂਤੇ ਹੁੰਦਾ ਧਨ ਸੰਪਦਾ ਵਾਲਾ, ਜਿਹਦੇ ਕੋਲ ਬਹੁਤ ਧਨ ਦੌਲਤ ਹੋਵੇ ਉਹਨੂੰ ਕਹਿੰਦੇ ਵਿਭੂਤੇ। ਤਪ ਤੇਜ ਨੂੰ ਵੀ ਵਿਭੂਤੇ ਕਹਿੰਦੇ, ਤੇ ਬੜੇ ਤਪ ਤੇਜ ਵਾਲਾ ਹੈ। ਅਮੀਰਾਂ ਦਾ ਤਪ ਤੇਜ ਹੀ ਹੁੰਦਾ ਹਮੇਸ਼ਾ। ਆ ਸਰਕਾਰਾਂ ਅਮੀਰਾਂ ਦੇ ਸਿਰ 'ਤੇ ਚੱਲਦੀਆਂ ਨੇ। ਸਰਕਾਰਾਂ ਵੋਟਾਂ ਗਰੀਬਾਂ ਤੋਂ ਲੈਂਦੀਆਂ ਨੇ, ਕੰਮ ਅਮੀਰਾਂ ਦਾ ਕਰਦੀਆਂ ਨੇ। ਵੋਟਾਂ ਗਰੀਬਾਂ ਤੋਂ ਲੈਂਦੀਆਂ, ਕੰਮ ਜਿਹੜੇ ਅਰਬਾਂਪਤੀ ਲੋਕ ਉਹਨਾਂ 'ਤੇ ਕਰਦੇ, ਕਿਉਂਕਿ ਕਰੋੜਾਂ ਰੁਪਈਏ ਫੰਡ ਦੇ ਦਿੰਦੇ ਨੇ ਅਤੇ ਫਿਰ ਉਹਨਾਂ ਦਾ ਹੀ ਕੰਮ ਕਰਨਾ ਪਏ। ਗਰੀਬਾਂ ਨੂੰ ਕਹਿੰਦੇ ਚਲੋ ਚਲੋ ਤੁਹਾਡਾ ਨਹੀਂ, ਕਿਉਂਕਿ ਤੁਹਾਡੇ ਤੋਂ ਅਸੀਂ ਵੋਟਾਂ ਮੁੱਲ ਲੈ ਲਈਆਂ, ਤੁਹਾਡਾ ਕਦੇ ਕੰਮ। ਗਰੀਬ ਤੋਂ ਸਰਕਾਰ ਵੋਟਾਂ ਮੁੱਲ ਲੈ ਲੈਂਦੀ। ਅਸੀਂ ਕਹਿੰਦੇ ਤੁਸੀਂ ਕਿ ਸਾਨੂੰ ਮੁਫਤ ਆਈ ਵੋਟ, ਪੈਸੇ ਲੈ ਕੇ ਵੋਟ ਪਾਈਏ, ਜੋ ਹੁਣ ਮੌਜ ਕਰੋ। ਇਸ ਲਈ ਪਰਮਾਤਮਾ ਜਿਹੜਾ ਹੈ ਇਹ ਵਿਭੂਤੇ ਹੈ, ਬਹੁਤ ਧਨ ਸੰਪਦਾ ਵਾਲਾ ਹੈ। ਅਨਾਦੰਗ ਹੈ, ਆਦਿ ਤੋਂ ਰਹਿਤ ਹੈ। ਫਿਰ ਦੇਖੋ ਨਮੋ ਯੁੱਧ ਯੁੱਧੇ, ਹੇ ਲੜਾਈਆਂ ਦੇ ਲੜਾਈ, ਹੇ ਯੁੱਧਾਂ ਦੇ ਯੁੱਧ ਤੈਨੂੰ ਨਮਸਕਾਰ ਹੈ। ਨਮੋ ਗਿਆਨ ਗਿਆਨੇ, ਹੇ ਗਿਆਨਾਂ ਦੇ ਗਿਆਨ ਭਾਵ ਹੇ ਗਿਆਨੀਆਂ ਦੇ ਗਿਆਨੀ ਤੈਨੂੰ ਨਮਸਕਾਰ ਹੈ। ਨਮੋ ਭੋਜ ਭੋਜੇ, ਹੇ ਭੋਜਨਾਂ ਦੇ ਭੋਜਨ ਤੈਨੂੰ ਨਮਸਕਾਰ ਹੈ, ਤੂੰ ਭੋਗਣ ਵਾਲਾ ਨੇ। ਨਮੋ ਪਾਣ ਪਾਣੀ, ਹੇ ਪਾਣੀਆਂ ਦੇ ਪਾਣੀ ਤੈਨੂੰ ਨਮਸਕਾਰ ਹੈ। ਨਮੋ ਕਲਹ ਕਰਤਾ,
हे ਲੜਾਈ ਕਰਨ ਵਾਲੇ ਤੈਨੂੰ ਨਮਸਕਾਰ ਹੈ। ਨਮੋ ਸ਼ਾਂਤ ਰੂਪੇ, हे ਸ਼ਾਂਤ ਸਰੂਪ ਤੈਨੂੰ ਨਮਸਕਾਰ ਹੈ। ਨਮੋ ਇੰਦਰ ਇੰਦਰੇ, हे ਇੰਦਰਾਂ ਦੇ ਇੰਦਰ ਤੈਨੂੰ ਨਮਸਕਾਰ ਹੈ। ਅਨਾਦੰਗ ਵਿਭੂਤੇ, ਤੂੰ ਆਦਿ ਤੋਂ ਰਹਿਤ ਹੈ ਅਤੇ ਬਹੁਤ ਧਨ ਸੰਪਦਾ ਵਾਲਾ ਹੈ। ਵਿਭੂਤੇ ਧਨ ਸੰਪਦਾ ਵਾਲਾ ਹੈ। ਪਰਮਾਤਮਾ ਅਮੀਰ ਹੈ ਤਾਂ ਹੀ ਸਾਨੂੰ ਅਮੀਰ ਕਰਦਾ, ਜੇ ਆਪ ਹੀ ਭੁੱਖਾ ਲੰਘੇ ਸਾਨੂੰ ਉਹਨੇ ਕੀ ਦੇਣਾ ਸੀ। ਅੱਗੇ ਕਹਿੰਦੇ ਕਲੰਕਾਰ ਰੂਪੇ ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ। ਕਲੰਕਾਰ ਰੂਪੇ, हे ਕਲੰਕੀ ਸਰੂਪ ਵਾਲੇ। ਕਲੰਕ ਲਾਉਣ ਵਾਲਾ ਵੀ ਉਹੀ ਹੈ ਅਤੇ ਸਜਾਉਣ ਵਾਲਾ ਵੀ ਉਹੀ ਹੈ। ਸੋ ਪਰਮਾਤਮਾ ਜਿਹੜਾ ਹੈ ਕਲੰਕਾਰ ਰੂਪ ਹੈ, ਕਲੰਕੀ ਸਰੂਪ ਵਾਲਾ ਹੈ। ਕਹਿੰਦੇ ਇਹ 24ਵਾਂ ਜਿਹੜਾ ਅਵਤਾਰ ਹਿੰਦੂ ਧਰਮ ਅਨੁਸਾਰ ਵਿਸ਼ਨੂੰ ਮਹਾਰਾਜ ਦੇ 24 ਅਵਤਾਰ ਨੇ, ਜਿਨ੍ਹਾਂ ਦੇ 23 ਹੋ ਚੁੱਕੇ ਨੇ। ਹੁਣ ਕਹਿੰਦੇ ਨੇ ਕਲੰਕੀ ਅਵਤਾਰ ਆਉਣਾ, ਜਿਹੜਾ ਕਲੰਕ ਤੋਂ ਰਹਿਤ ਹੋਵੇਗਾ। ਪਰਮਾਤਮਾ ਕਲੰਕਾਰ ਰੂਪੇ ਹੈ, ਇਹ ਕਲੰਕੀ ਰੂਪ ਵਾਲਾ ਹੈ। ਅਲੰਕਾਰ ਅਲੰਕੇ, ਇਹ ਗਹਿਣਿਆਂ ਦਾ ਗਹਿਣਾ ਹੈ। ਅਲੰਕਾਰ ਗਹਿਣੇ ਨੂੰ ਕਹਿੰਦੇ, ਅਲੰਕਾਰ ਮਿਲ ਥੈਲੀ ਹੋਈ ਹੈ। ਜਿਵੇਂ ਗਹਿਣੇ ਨੇ, ਸੁਨਿਆਰ ਨੂੰ ਦੇ ਦਿਓ ਸਾਰਿਆਂ ਢਾਲ ਕੇ ਇੱਕ ਡਲੀ ਬਣਾਉਂਦਾ, ਉਹਨੂੰ ਕਹਿੰਦੇ ਥੈਲੀ। ਅਲੰਕਾਰ ਮਿਲ ਥੈਲੀ ਹੋਈ ਹੈ। ਸੋ ਅਲੰਕਾਰ ਗਹਿਣੇ ਨੂੰ ਕਹਿੰਦੇ ਨੇ। ਪਰਮਾਤਮਾ ਗਹਿਣਿਆਂ ਦਾ ਗਹਿਣਾ ਹੈ। ਨਮੋ ਆਸ ਆਸੇ, ਉਹ ਸਭ ਦੀ ਆਸ ਹੈ। ਜਿਹੜੇ ਆਸ ਲਾਈ ਬੈਠੇ ਨੇ ਉਹਨਾਂ ਦੀ ਵੀ ਅੱਗੇ ਆਸ ਹੈ। ਸਿੰਪਲ ਸ਼ਬਦ ਹੈ ਕਿ ਉਹ ਸਭ ਦੀ ਆਸ ਹੈ। ਸਾਰੇ ਉਸ ਦੀ ਆਸ ਰੱਖਦੇ ਨੇ ਵੀ ਹਾਂ ਸਾਡਾ ਕੰਮ ਆ ਹੋਊਗਾ, ਹਜੇਗਾ। ਨਮੋ ਬਾਂਕ ਬੰਕੇ, ਬਾਂਕ ਬੰਕੇ ਸੁੰਦਰ ਨੂੰ ਕਹਿੰਦੇ ਨੇ। ਅਲ ਕਹਿੰਦੇ ਬੜਾ ਬਾਂਕਾ ਜਵਾਨ ਹੈ, ਸੋਹਣਾ ਸੁਨੱਖਾ। ਨਮੋ ਬਾਂਕ ਬੰਕੇ, हे ਸੋਹਣਿਆਂ ਦੇ ਸੋਹਣੇ ਪ੍ਰਭੂ ਤੈਨੂੰ ਨਮਸਕਾਰ ਹੈ। ਅਭੰਗੀ ਸਰੂਪੇ, ਤੇਰਾ ਜਿਹੜਾ ਸਰੂਪ ਹੈ ਭੰਗ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ। ਤੇਰਾ ਸਰੂਪ ਸਦਾ ਰਹਿਣ ਵਾਲਾ ਹੈ। ਅਨੰਗੀ ਅਨਾਮੇ, ਅਨੰਗੀ ਤੇਰਾ ਕੋਈ ਅੰਗ ਨਹੀਂ ਹੈ, ਤੂੰ ਅੰਗਾਂ ਤੋਂ ਰਹਿਤ ਹੈ। ਅਨਾਮੇ, ਤੂੰ ਨਾਮ ਤੋਂ ਰਹਿਤ ਹੈ। ਪਰਮਾਤਮਾ ਅਭੰਗੀ ਸਰੂਪੇ ਹੈ। ਉਹਦਾ ਜਿਹੜਾ ਸਰੂਪ ਹੈ ਉਹ ਨਾਸ਼ ਨਹੀਂ ਹੁੰਦਾ, ਉਹ ਭੰਗ ਨਹੀਂ ਹੁੰਦਾ, ਉਹ ਟੁੱਟਦਾ ਨਹੀਂ ਹੈ, ਉਹ ਨਾਸ਼ ਨਹੀਂ ਹੁੰਦਾ। ਇਸ ਲਈ ਅਭੰਗੀ ਸਰੂਪੇ ਹੈ। ਅਨੰਗੀ ਅਨਾਮੇ, ਉਹਦਾ ਕੋਈ ਅੰਗ ਨਹੀਂ ਹੈ, ਉਸ ਦਾ ਕੋਈ ਨਾਮ ਨਹੀਂ ਹੈ। ਤ੍ਰਿਭੰਗੀ ਤ੍ਰਿਕਾਲੇ, ਤ੍ਰਿਕਾਲ ਤਿੰਨ ਸਮਿਆਂ ਨੂੰ ਕਹਿੰਦੇ ਨੇ। ਇੱਕ ਜਿਹੜਾ ਲੰਘ ਗਿਆ ਹੈ, ਇੱਕ ਜਿਹੜਾ ਹੁਣ ਚੱਲ ਰਿਹਾ ਹੈ, ਇੱਕ ਜਿਹੜਾ ਸਮਾਂ ਆਉਣਾ ਹੈ। ਕੱਲ੍ਹ, ਅੱਜ, ਭਲਕੇ। ਜਿਹੜਾ ਪੰਜਾਬੀ ਦੇ ਵਿੱਚ ਸ਼ਬਦ ਹੈ ਉਹ ਕੱਲ੍ਹ ਲਈ, ਦੇਖੋ ਇੰਗਲਿਸ਼ ਵੀ ਠੀਕ ਹੈ, ਯੈਸਟਰਡੇ, ਟੂਡੇ, ਟੁਮਾਰੋ। ਪਰ ਅੱਜ ਦੀ ਪੰਜਾਬੀ 'ਚ ਭਲਕੇ ਨਹੀਂ ਵਰਤਦੇ ਆਮ ਕੋਈ। ਕੱਲ੍ਹ ਨੂੰ ਕਹਿ ਦੇਣਗੇ। ਅਸਲ ਪੰਜਾਬੀ 'ਚ ਕੱਲ੍ਹ ਜਿਹੜਾ ਲੰਘ ਗਿਆ ਹੈ, ਅੱਜ ਜਿਹੜਾ ਹੁਣ ਹੈ, ਭਲਕੇ ਜਿਹੜਾ ਕੱਲ੍ਹ ਆਉਣਾ ਹੈ। ਤਿੰਨ ਹੀ ਸਮੇਂ ਨੇ। ਪਰਮਾਤਮਾ ਤ੍ਰਿਕਾਲੇ ਹੈ, ਤਿੰਨਾਂ ਸਮਿਆਂ ਦੇ ਵਿੱਚ ਤ੍ਰਿਭੰਗੀ ਹੈ, ਤਿੰਨਾਂ ਲੋਕਾਂ ਦਾ ਨਾਸ਼ ਕਰਨ ਵਾਲਾ। ਤਿੰਨ ਲੋਕ ਗਿਣੇ ਗਏ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਆਕਾਸ਼ ਲੋਕ ਨੂੰ ਕਈ ਵਾਰੀ ਸਵਰਗ ਲੋਕ ਵੀ ਕਿਹਾ ਜਾਂਦਾ। ਇਹ ਤਿੰਨ ਲੋਕ ਨੇ। ਤ੍ਰਿਭੰਗੀ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ ਹੈ ਅਤੇ ਤਿੰਨਾਂ ਸਮਿਆਂ ਦੇ ਵਿੱਚ ਨਾਸ਼ ਕਰਨ ਵਾਲਾ ਤ੍ਰਿਕਾਲ। ਇਹ ਨਹੀਂ ਕਿ ਹੁਣ ਕਰੇਂਗਾ ਅੱਗੇ ਨਹੀਂ ਕਰੇਂਗਾ, ਨਹੀਂ। ਜੋ ਵੀ ਪਰਮਾਤਮਾ ਨੇ ਬਣਾਇਆ ਸਮਾਂ ਪਾ ਕੇ ਉਸ ਨੂੰ ਨਾਸ਼ ਕਰ ਦਿੰਦਾ ਹੈ।
ਹਰ ਇੱਕ ਚੀਜ਼ ਨੇ ਸਮਾਂ ਪਾ ਕੇ ਨਾਸ਼ ਹੋ ਜਾਣੀ ਹੈ। ਅੱਜ ਜਿਹੜੇ ਪਹਾੜ ਆਪਾਂ ਲੱਗਦੇ ਨੇ, ਇਹ ਵੀ ਜਿੰਨਾ ਕਹਿਣ ਦਾ ਹੈਗਾ ਲੱਖਾਂ ਸਾਲਾਂ ਤੱਕ, ਉਹਦੇ ਬਾਅਦ ਧਰਤੀ ਉਥਲ ਪੁਥਲ ਹੁੰਦੀ ਹੈ। ਜਦੋਂ ਧਰਤੀ ਉਥਲ ਪੁਥਲ ਹੁੰਦੀ, ਸਭ ਟੁੱਟ ਟੱਟ ਜਾਂਦਾ ਹੈ, ਨਵੀਂ ਚੀਜ਼ਾਂ ਬਣ ਜਾਂਦੀਆਂ ਹਨ। ਜੀਓਗ੍ਰਾਫੀ ਸਾਇੰਸ ਇਹ ਕਹਿੰਦੀ ਹੈ ਕਿ ਜਿੱਥੇ ਅੱਜ ਹਿਮਾਲਾ ਪਰਬਤ ਹੈ, ਅੱਜ ਤੋਂ ਲੱਖਾਂ ਸਾਲ ਪਹਿਲਾਂ ਇੱਥੇ ਸਮੁੰਦਰ ਹੋਇਆ ਕਰਦਾ ਸੀ। ਧਰਤੀ ਦੇ ਵਿੱਚ ਹਿਲਜੁਲ ਹੋਈ, ਧਰਤੀ ਦਾ ਇੱਕ ਹਿੱਸਾ ਬਹੁਤ ਉੱਚਾ ਉੱਠ ਗਿਆ, ਸਮਾਂ ਪਾ ਕੇ ਸਖਤ ਹੁੰਦਾ ਗਿਆ, ਉਹ ਲੱਖਾਂ ਸਾਲਾਂ ਦੇ ਵਿੱਚ ਪੱਥਰ ਰੂਪ ਹੋ ਗਿਆ। ਉਹ ਸਾਡਾ ਹਿਮਾਲਾ ਪਰਬਤ ਹੋ ਗਿਆ। ਅਤੇ ਜਿਹੜਾ ਇੱਥੇ ਪਾਣੀ ਸੀ, ਇੱਥੇ ਪਹਿਲਾਂ ਸਮੁੰਦਰ ਸੀ, ਉਹ ਪਾਣੀ ਰੁੜ ਕੇ ਨੀਵੇਂ ਥਾਂ 'ਤੇ ਚਲੇ ਗਿਆ ਜਿੱਥੇ ਅੱਜ ਸਮੁੰਦਰ ਹੈ। ਸੋ ਇਸ ਲਈ ਜੋ ਵੀ ਚੀਜ਼ ਬਣੀ ਹੈ, ਉਹਨੇ ਇੱਕ ਦਿਨ ਨਾਸ ਹੋ ਜਾਣਾ। ਤ੍ਰਿਭੰਗੀ ਤ੍ਰਿਕਾਲ, ਤਿੰਨਾਂ ਸਮਿਆਂ ਦੇ ਵਿੱਚ ਉਹ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ ਹੈ। ਅਨੰਗੀ ਅਕਾਮੇ, ਉਹ ਬਿਨਾਂ ਅੰਗ ਤੋਂ ਹੈ। ਅਕਾਮੇ, ਬਿਨਾਂ ਇੱਛਾ ਤੋਂ ਹੈ। ਉਹਦਾ ਕੋਈ ਅੰਗ ਨਹੀਂ, ਉਹਦੀ ਕੋਈ ਇੱਛਾ ਨਹੀਂ ਹੈ। ਅੱਗੇ ਕਹਿੰਦੇ ਏਕ ਅਛਰੀ ਛੰਦ, ਅੱਖਰ ਨੂੰ ਅਛਰ ਵੀ ਕਹਿੰਦੇ ਨੇ, ਅੱਖਰ ਨੂੰ ਅਛਰ ਵੀ ਆਖਦੇ ਨੇ। ਏਕ ਅਛਰੀ ਛੰਦ ਦਾ ਮਤਲਬ ਇੱਕ ਅੱਖਰੀ ਛੰਦ। ਜਿਵੇਂ ਦੇਖੋ ਅਜੈ ਇੱਕੋ ਹੀ ਸ਼ਬਦ ਨੂੰ, ਫਿਰ ਦੋ ਡੰਡੀਆਂ ਲੱਗੀਆਂ, ਅਜੈ, ਅਲੈ, ਅਭੈ, ਅਬੈ। ਜੈ ਮੈਨੂੰ ਜਿੱਤ, ਅਜੈ ਅਜਿੱਤ, ਜਿਹਨੂੰ ਜਿੱਤਿਆ ਨਾ ਜਾ ਸਕੇ ਉਹ ਹੁੰਦਾ ਅਜੈ। ਅੱਗੇ ਅਲੈ, ਲੈ ਹੁੰਦਾ ਨਾਸ਼ ਹੋਣਾ, ਅਲੈ ਜਿਹੜਾ ਨਾਸ਼ ਨਾ ਹੋਵੇ। ਅੱਗੇ ਅਭੈ, ਭੈ ਹੁੰਦਾ ਡਰ, ਅਭੈ ਨਿਡਰ, ਜਿਹੜਾ ਨਿਡਰ ਹੈ ਉਹ ਅਭੈ ਹੈ। ਜਿਹੜਾ ਨਾਸ਼ ਨਹੀਂ ਹੋਣਾ ਉਹਨੂੰ ਕਹਿੰਦੇ ਅਲੈ, ਜਿਹੜਾ ਜਿੱਤਿਆ ਨਹੀਂ ਜਾ ਸਕਦਾ ਉਹਨੂੰ ਕਹਿੰਦੇ ਅਜੈ। ਅੱਗੇ ਅਵੈ, ਬੈ ਹੁੰਦਾ ਵਿਕਾਰ, ਅਵੈ ਜੋ ਵਿਕਾਰਾਂ ਤੋਂ ਰਹਿਤ ਹੈ, ਜੋ ਬੁਰਾਈਆਂ ਤੋਂ ਰਹਿਤ ਹੈ। ਸੋ ਪਰਮਾਤਮਾ ਅਜੈ ਹੈ, ਅਜਿਤ, ਅਲੈ ਨਾਸ਼ ਰਹਿਤ ਹੈ, ਅਭੈ ਡਰ ਤੋਂ ਰਹਿਤ ਹੈ, ਅਵੈ ਵਿਕਾਰਾਂ ਤੋਂ ਰਹਿਤ ਹੈ। ਇਹਦੇ ਗੁਣ ਦਿੱਤੇ ਜਾ ਰਹੇ ਪਰਮਾਤਮਾ। ਅਜੈ ਵੀ ਹੇ ਪਰਮਾਤਮਾ ਤੂੰ ਅਜਿਤ ਹੈ, ਅਲੈ ਤੂੰ ਨਾਸ਼ ਰਹਿਤ ਹੈ, ਅਭੈ ਤੂੰ ਡਰ ਤੋਂ ਰਹਿਤ ਹੈ, ਅਵੈ ਤੂੰ ਵਿਕਾਰਾਂ ਤੋਂ ਰਹਿਤ ਹੈ। ਭਾਵ ਤੇਰੇ 'ਚ ਕੋਈ ਬੁਰਾਈ ਨਹੀਂ ਹੈ, ਕੋਈ ਵਿਕਾਰ ਨਹੀਂ ਹੈ। ਕਿਉਂਕਿ ਜੇ ਪਰਮਾਤਮਾ ਬੁਰਾਈ ਹੋਵੇ, ਜਿਸ ਵੈਗਰੂ ਵੈਰੂ ਕਰਦੇ ਨਾ, ਉਹਦੀ ਬੁਰਾਈ ਵੀ ਸਾਡੇ 'ਚ ਪ੍ਰਵੇਸ਼ ਕਰ ਜਾਏਗੀ। ਅਸੀਂ ਕੀ ਖਟਿਆ? ਪਰਮਾਤਮਾ ਦੀ ਕੋਈ ਬੁਰਾਈ ਨਹੀਂ ਹੈਗੀ, ਇਸ ਲਈ ਉਹਦਾ ਨਾਮ ਜਪਦਿਆਂ ਸਾਡੇ ਨਾਲ ਸਾਰੀਆਂ ਚੰਗਿਆਈਆਂ ਪੈਦਾ ਹੋਈਆਂ। ਚੰਗਿਆਈ ਪੈਦਾ ਹੋ ਜਾਂਦੀ, ਬੁਰਾਈ ਖਤਮ ਹੋ ਜਾਂਦੀ ਹੈ। ਇਹ ਆਪਣੇ ਆਪ ਹੀ ਚੱਲਦਾ। ਜੇ ਬੁਰਾਈ ਵੱਧ ਰਹੀ ਹੈ ਤਾਂ ਚੰਗਿਆਈ ਘਟ ਰਹੀ ਹੈ, ਜੇ ਚੰਗਿਆਈ ਵੱਧ ਰਹੀ ਹੈ ਤਾਂ ਫਿਰ ਬੁਰਾਈ ਆਪਣੇ ਆਪ ਹੀ ਘਟ ਰਹੀ ਹੈ। ਇਸ ਲਈ ਅਜੈ ਅਜਿਤ, ਅਲੈ ਨਾਸ਼ ਰਹਿਤ, ਅਭੈ ਡਰ ਤੋਂ ਰਹਿਤ, ਅਵੈ ਵਿਕਾਰਾਂ ਤੋਂ ਰਹਿਤ। ਅਭੂ, ਅਯੂ, ਅਨਾਸ, ਆਕਾਸ। ਅਭੂ, ਭੂ ਤੱਤ ਨੂੰ ਕਹਿੰਦੇ ਨੇ। ਪਰ ਸਰੀਰ ਪੰਜਾਂ ਤੱਤਾਂ ਦਾ ਬਣਿਆ। ਪਰਮਾਤਮਾ ਕੀ ਹੈ? ਅਭੂ ਹੈ, ਤੱਤਾਂ ਤੋਂ ਰਹਿਤ ਹੈ। ਉਹ ਕਿਸੇ ਤੱਤ ਤੋਂ ਨਹੀਂ ਬਣਿਆ, ਉਹ ਤੱਤਾਂ ਤੋਂ ਰਹਿਤ ਹੈ। ਅਯੂ, ਜੂ ਹੁੰਦਾ ਜਨਮ, ਅਯੂ ਉਹ ਜਨਮ ਤੋਂ ਰਹਿਤ ਹੈ। ਪਰਮਾਤਮਾ ਜੰਮਦਾ ਮਰਦਾ ਨਹੀਂ ਹੈਗਾ, ਉਹ ਅਜਨਮਾ ਹੈ। ਅਨਾਸ, ਉਹ ਨਾਸ਼ ਨਹੀਂ ਹੁੰਦਾ। ਆਕਾਸ਼, ਉਹ ਸਰਬ ਵਿਆਪਕ ਹੈ, ਜਿਹੜਾ ਸਾਰੇ ਥਾਵਾਂ 'ਤੇ ਹੋਵੇ, ਉਹਦੇ 'ਚ ਆਕਾਸ਼ ਤੱਤ ਹੈ। ਉਹ ਆਕਾਸ਼ ਹੈ, ਭਾਵ ਸਰਬ ਵਿਆਪਕ ਹੈ। ਅਨਾਸ ਹੈ, ਉਹ ਨਾਸ਼ ਤੋਂ ਰਹਿਤ ਹੈ। ਅਯੂ ਹੈ, ਉਹ ਜਨਮ ਤੋਂ ਰਹਿਤ ਹੈ। ਅਭੂ, ਤੱਤਾਂ ਤੋਂ ਰਹਿਤ। ਅਭੂ, ਤੱਤਾਂ ਤੋਂ ਰਹਿਤ। ਅਯੂ, ਜਨਮ ਤੋਂ ਰਹਿਤ। ਅਨਾਸ,
ਨਾਸ਼ ਤੋਂ ਰਹਿਤ, ਆਕਾਸ਼ ਸਰਬ ਵਿਆਪਕ। ਅਗੰਜ, ਅਭੰਜ, ਅਲਖ, ਅਪਖ। ਅਗੰਜ, ਗੰਜ ਦਾ ਟੁੱਟਣਾ, ਭਾਵ ਪਰਮਾਤਮਾ ਅਵਿਨਾਸ਼ੀ ਹੈ, ਉਹ ਤੋੜਿਆ ਨਹੀਂ ਜਾ ਸਕਦਾ, ਹੁਣ ਮਾਰਿਆ ਨਹੀਂ ਜਾ ਸਕਦਾ, ਉਹ ਅਗੰਜ ਹੈ। ਗੰਜ ਮੈਨੇ ਵੱਢਣਾ ਵੀ ਹੁੰਦਾ ਹੈ, ਗੰਜ ਮੈਨੇ ਤੋੜਨਾ ਵੀ ਹੁੰਦਾ ਹੈ। ਪਰਮਾਤਮਾ ਅਟੁੱਟ ਹੈ, ਅਗੰਜ ਅਟੁੱਟ। ਅਭੰਜ, ਅਭੰਜ ਦਾ ਅਵਿਨਾਸ਼ੀ, ਪਰਮਾਤਮਾ ਅਵਿਨਾਸ਼ੀ ਹੈ, ਉਹ ਨਾਸ਼ ਨਹੀਂ ਹੁੰਦਾ, ਉਹ ਭੰਜ ਨਹੀਂ ਹੁੰਦਾ, ਉਹ ਅਭੰਜ ਹੈ, ਅਵਿਨਾਸ਼ੀ ਹੈ। ਅਲਖ, ਲਖ ਹੁੰਦਾ ਜਿਹੜਾ ਸਮਝ ਆਵੇ, ਅਲਖ ਜਿਹੜਾ ਸਮਝ ਦੇ ਵਿੱਚ ਨਾ ਆਵੇ, ਜੋ ਸਮਝ ਤੋਂ ਉੱਪਰ ਹੈ। ਅਸੀਂ ਪਰਮਾਤਮਾ ਨੂੰ ਸਮਝ ਨਹੀਂ ਸਕਦੇ, ਇਸ ਲਈ ਉਹ ਅਲਖ ਹੈ। ਅਪਖ, ਭਖ ਦਾ ਖਾਣਾ, ਅਪਖ ਉਹ ਖਾਣ ਤੋਂ ਰਹਿਤ ਹੈ, ਭਾਵ ਕੁਝ ਨਹੀਂ ਖਾਂਦਾ, ਉਹ ਕੁਝ ਨਹੀਂ ਖਾਂਦਾ। ਅਲਖ ਹੈ, ਉਹਦੀ ਸਮਝ ਨਹੀਂ ਆਉਂਦੀ। ਅਭੰਜ ਹੈ, ਉਹ ਅਵਿਨਾਸ਼ੀ ਹੈ। ਅਗੰਜ ਅਟੁੱਟ, ਅਗੰਜ ਦਾ ਮਤਲਬ ਅਟੁੱਟ, ਜਿਹੜਾ ਨਾ ਟੁੱਟੇ। ਅਭੰਜ ਜਿਹੜਾ ਨਾਸ਼ ਨਾ ਹੋਵੇ। ਅਲਖ ਜਿਹੜਾ ਸਮਝ 'ਚ ਨਾ ਆਵੇ। ਅਪਖ ਜੋ ਕੁਝ ਵੀ ਨਾ ਖਾਵੇ। ਅਕਾਲ, ਦਿਆਲ, ਅਲੇਖ, ਅਭੇਖ। ਕਾਲ ਹੁੰਦਾ ਸਮਾਂ, ਭਾਵ ਮੌਤ, ਨਾਲ ਪ੍ਰਾਣ ਦਾ ਕਾਲ ਆ ਗਿਆ ਜੀ। ਜਮ ਕਾਲ ਵੀ ਉਹੀ ਨਾ, ਮੌਤ ਦਾ ਜਮ, ਜਮ ਕਾਲ, ਮੌਤ ਦਾ ਦੂਤ, ਮੌਤ ਦਾ ਜਮ। ਕਾਲ ਹੁੰਦੀ ਮੌਤ। ਅਕਾਲ ਮੌਤ ਤੋਂ ਰਹਿਤ। ਆਪਾਂ ਤਾਂ ਜਿਹੜਾ ਜੰਮੇਗਾ ਮਰੇਗਾ ਵੀ ਜ਼ਰੂਰ, ਪਰਮਾਤਮਾ ਤਾਂ ਅਜਨਮਾ ਹੈ, ਉਹ ਤਾਂ ਜੰਮਦਾ ਹੀ ਨਹੀਂ। ਅਸੀਂ ਜੰਮੇ ਹਾਂ, ਇਸ ਲਈ ਅਸੀਂ ਮਰਨਾ ਵੀ ਹੈ, ਇਸ ਲਈ ਅਸੀਂ ਅਕਾਲ ਨਹੀਂ ਹੈਗੇ, ਅਸੀਂ ਕਾਲ ਦੇ ਅਧੀਨ ਹਾਂ। ਪਰਮਾਤਮਾ ਅਕਾਲ ਹੈ, ਉਹ ਮੌਤ ਤੋਂ ਰਹਿਤ ਹੈ, ਉਹਨੇ ਕਦੇ ਮਰਨਾ ਨਹੀਂ ਹੈ, ਕਿਉਂਕਿ ਉਸ 'ਤੇ ਸਮੇਂ ਦਾ ਅਸਰ ਨਹੀਂ ਹੈ। ਦਿਆਲ, ਪਰਮਾਤਮਾ ਦਿਆਲੂ ਹੈ। ਅਲੇਖ, ਪਰਮਾਤਮਾ ਲੇਖ ਤੋਂ ਬਿਨਾਂ ਹੈ। ਸਾਡੇ ਤਾਂ ਲੇਖ ਹੈ ਨਾ, ਸਾਡੇ ਤਾਂ ਕਰਮ ਲਿਖੇ ਹੋਏ ਨੇ, ਅਸੀਂ ਤਾਂ ਕਰਮਾਂ ਦੇ ਵੱਝੇ ਹੋਏ ਹਾਂ। ਪਰਮਾਤਮਾ ਨੇ ਸਾਡੇ ਕਰਮ ਲਿਖਤੇ, ਜਿਹਨੂੰ ਕਿਸਮਤ ਕਹਿੰਦੇ ਨੇ। ਸਾਡੇ ਕਰਮ ਨੇ, ਅਸੀਂ ਕਰਮ ਕੀਤੇ ਨੇ, ਉਹ ਲਿਖਤ ਹੋ ਗਈ ਸਾਡੀ। ਪਰਮਾਤਮਾ ਅਲੇਖ ਹੈ, ਉਹਦਾ ਕੋਈ ਲੇਖ ਨਹੀਂ, ਉਹ ਲੇਖ ਤੋਂ ਰਹਿਤ ਹੈ, ਉਹ ਕਰਮਾਂ ਤੋਂ ਰਹਿਤ ਹੈ। ਅਭੇਖ, ਪਰਮਾਤਮਾ ਦਾ ਕੋਈ ਭੇਖ ਨਹੀਂ, ਕੋਈ ਪਹਿਰਾਵਾ ਨਹੀਂ, ਉਹ ਪਹਿਰਾਵੇ ਤੋਂ ਰਹਿਤ ਹੈ। ਰੇਖ, ਉਹ ਲੇਖ ਤੋਂ ਰਹਿਤ ਹੈ। ਦਿਆਲ, ਉਹ ਦਿਆਲੂ ਹੈ। ਅਕਾਲ, ਉਹ ਮੌਤ ਤੋਂ ਰਹਿਤ ਹੈ। ਅਨਾਮ, ਅਕਾਮ, ਅਗਾ, ਅਟਾ। ਅਨਾਮ, ਪਰਮਾਤਮਾ ਦਾ ਕੋਈ ਨਾਮ ਨਹੀਂ ਹੈ, ਨਾਮ ਤੋਂ ਰਹਿਤ। ਅਕਾਮ, ਕਾਮ ਦੀ ਇੱਛਾ। ਅਕਾਮ, ਪਰਮਾਤਮਾ ਇੱਛਾ ਤੋਂ ਰਹਿਤ ਹੈ, ਉਹਦੀ ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ। ਸਾਡੀ ਤਾਂ ਇੱਛਾਵਾਂ ਨੇ, ਸਾਡੇ ਦੁੱਖ ਦਾ ਕਾਰਨ ਹੀ ਇਹੀ ਹੈ। ਸਾਡੀ ਇੱਛਾਵਾਂ ਨੇ, ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਇੱਛਾ ਆਪਣੇ ਆਪ ਦੁੱਖ ਨਹੀਂ ਹੁੰਦੀ, ਇੱਛਾ ਉਦੋਂ ਦੁੱਖ ਦੀ ਜਦੋਂ ਪੂਰੀ ਨਹੀਂ ਹੁੰਦੀ। ਇੱਛਾ ਪੂਰੀ ਹੋ ਗਈ ਫਿਰ ਕਾਹਦਾ ਦੁੱਖ ਹੈ। ਪਰ ਸਾਡੀ ਇੱਕ ਇੱਛਾ ਪੂਰੀ ਹੁੰਦੀ, ਦੂਜੀ ਖੜੀ ਹੋ ਜਾਂਦੀ ਹੈ। ਇਸ ਲਈ ਅਸੀਂ ਮਰਦੇ ਦਮ ਤੱਕ ਕੋਈ ਨਾ ਕੋਈ ਇੱਛਾ ਲੈ ਕੇ ਰੱਖਦੇ ਹਾਂ। ਜਿੱਦੇ ਕੋਈ ਇੱਛਾ ਨਹੀਂ ਰਹੇਗੀ, ਸਾਨੂੰ ਦੁਬਾਰਾ ਜਨਮ ਨਹੀਂ ਲੈਣਾ ਪਏਗਾ। ਇਹ ਦੁਬਾਰਾ ਜਨਮ ਹੁੰਦਾ ਹੀ ਇਸ ਲਈ ਹੈ ਕਿ ਮਨ 'ਚ ਕੋਈ ਇੱਛਾ ਸੀ, ਉਸ ਇੱਛਾ ਦੀ ਪੂਰਤੀ ਲਈ ਸਾਨੂੰ ਦੁਬਾਰਾ ਜਨਮ ਲੈਣਾ ਪੈਂਦਾ ਹੈ। ਜਦੋਂ ਮਨੁੱਖ ਇੱਛਾ ਰਹਿਤ ਹੋ ਜਾਂਦਾ ਹੈ, ਉਹਨੂੰ ਬੁੱਧ ਮਤ ਤੇ ਜੈਨ ਮਤ ਕਹਿੰਦੇ ਨਿਰਵਾਣ ਪਦ। ਨਿਰਵਾਣ ਹੁੰਦਾ ਹੈ ਇੱਛਾ ਰਹਿਤ ਹੋ ਜਾਣਾ। ਜਦੋਂ ਕੋਈ ਮਨ 'ਚ ਇੱਛਾ ਨਾ ਰਹੇ ਤਾਂ ਬੰਦੇ ਨੇ ਮੁਕਤ ਹੋ ਜਾਣਾ, ਦੁਬਾਰਾ ਜਨਮ ਨਹੀਂ ਹੁੰਦਾ।
ਦੁਬਾਰਾ ਜਨਮ ਹੁੰਦਾ ਹੀ ਇੱਛਾ ਕਾਰਨ ਹੈ। ਜੇ ਇੱਛਾ ਹੀ ਨਹੀਂ ਫਿਰ ਨਹੀਂ ਹੋ ਸਕਦਾ ਦੁਬਾਰਾ ਜਨਮ। ਇਹ ਇੱਛਾ ਹੀ ਹੈ। ਜਿਹੋ ਜਿਹੀ ਇੱਛਾ ਹੈ ਫਿਰ ਉਹਦੇ ਅਨੁਸਾਰ ਸਾਨੂੰ ਜਨਮ ਲੈਣਾ ਪੈਂਦਾ। ਫਿਰ ਅਸੀਂ ਉਹ ਆਪਣੀ ਇੱਛਾ ਉਸ ਜਨਮ 'ਚ ਆ ਕੇ ਪੂਰੀ ਕਰਦੇ ਹਾਂ। ਇਸ ਲਈ ਪਰਮਾਤਮਾ ਅਨਾਮ ਹੈ, ਨਾਮ ਤੋਂ ਰਹਿਤ ਹੈ, ਅਕਾਮ ਹੈ, ਇੱਛਾ ਤੋਂ ਰਹਿਤ ਹੈ। ਅਗਾਹ ਹੁੰਦਾ ਅਥਾਹ, ਅਥਾਹ ਜਿਹੜਾ ਬਹੁਤ ਵੱਡਾ ਹੋਵੇ, ਜਿਹਦਾ ਥਾਂ ਹੀ ਨਾ ਪਤਾ ਲੱਗੇ ਵੀ ਇਹਦਾ ਅੰਤ ਕਿੱਥੇ ਹੈ, ਜਿਹਦਾ ਅੰਤ ਹੀ ਨਾ ਲੱਭੇ। ਅਗਲਾ ਕਹਿੰਦੇ ਤੇ ਅਥਾਹ ਹੈ ਜੀ। ਅਗਾਹ ਪਰਮਾਤਮਾ ਅਥਾਹ ਹੈ। ਅਟਾਹ ਪਰਮਾਤਮਾ ਨੂੰ ਢਾਹ ਨਹੀਂ ਸਕਦਾ, ਕੋਈ ਡੇਗ ਨਹੀਂ ਸਕਦਾ। ਪਰਮਾਤਮਾ ਅਡਿੱਗ ਹੈ, ਅਟਾਹ ਹੈ। ਫਿਰ ਦੇਖੋ ਅਨਾਮ, ਨਾਮ ਤੋਂ ਰਹਿਤ, ਅਕਾਮ ਇੱਛਾ ਤੋਂ ਰਹਿਤ, ਅਗਾਹ ਗਾਹ ਤੋਂ ਰਹਿਤ ਭਾਵ ਅਥਾਹ, ਅਟਾਹ ਢਹਿਣ ਤੋਂ ਰਹਿਤ। ਪਰਮਾਤਮਾ ਢਹਿੰਦਾ ਨਹੀਂ ਹੈਗਾ, ਉਹਨੂੰ ਡੇਗਿਆ ਨਹੀਂ ਜਾ ਸਕਦਾ ਹੈ, ਉਹ ਅਟਾਹ ਹੈ। ਅਨਾਥੇ ਪਰਮਾਥੇ ਅਜੋਨੀ ਅਮੋਨੀ। ਪਰਮਾਤਮਾ ਅਨਾਥ ਹੈ। ਉਂਝ ਅਨਾਥ ਕਿਹਨੂੰ ਕਹਿੰਦੇ? ਉਹ ਬੱਚਾ ਜਿਹਦੇ ਮਾਂ ਪਿਓ ਮਰ ਜਾਣ ਅਤੇ ਜਿਹਨੂੰ ਕੋਈ ਪਾਲਣ ਵਾਲਾ ਨਾ ਹੋਵੇ ਉਹਨੂੰ ਕਹਿੰਦੇ ਅਨਾਥ ਹੈ। ਪਰਮਾਤਮਾ ਵੀ ਅਨਾਥ ਹੈ, ਉਹਨੂੰ ਕੋਈ ਪਾਲਣ ਪੋਸ਼ਣ ਵਾਲਾ ਨਹੀਂ ਹੈਗਾ। ਕਿ ਜੇ ਪਾਲਣ ਪੋਸ਼ਣ ਵਾਲਾ ਹੁੰਦਾ ਫਿਰ ਉਸ ਤੋਂ ਵੱਡਾ ਹੋਣਾ ਸੀ, ਉਹ ਮਾਂ ਪਿਓ ਹੁੰਦੇ ਉਹਦੇ। ਉਹ ਅਨਾਥ ਹੈ, ਉਹਦਾ ਕੋਈ ਮਾਲਕ ਨਹੀਂ ਹੈ। ਸਾਡਾ ਤਾਂ ਕੋਈ ਮਾਲਕ ਹੈ, ਪਰਮਾਤਮਾ ਦਾ ਕੋਈ ਮਾਲਕ ਨਹੀਂ, ਇਸ ਲਈ ਉਹ ਅਨਾਥ ਹੈ, ਅਨਾਥ ਹੈ। ਪਰਮਾਤਮਾ ਹੁੰਦਾ ਨਾਸ਼ ਕਰਨ ਵਾਲਾ, ਜੋ ਉਹਨੇ ਬਣਾਇਆ ਹੈ ਉਸ ਨੂੰ ਨਾਸ਼ ਕਰਦਾ, ਇਸ ਨੂੰ ਕਹਿੰਦੇ ਪਰਮਾਤਮਾ। ਪਰਮਾਤਮਾ ਨਾਸ਼ ਕਰਨ ਵਾਲਾ ਹੈ। ਅਜੋਨੀ ਉਹ ਜੂਨੀਆਂ 'ਚ ਨਹੀਂ ਆਉਂਦਾ, ਉਹ ਜੰਮਣ ਮਰਨ ਤੋਂ ਰਹਿਤ। ਅਮੋਨੀ ਉਹ ਚੁੱਪ ਨਹੀਂ ਰਹਿੰਦਾ। ਪਰਮਾਤਮਾ ਅਮੋਨੀ ਹੈ, ਉਹ ਮੌਨ ਧਾਰੀ ਨਹੀਂ ਹੈ। ਇਸ ਲਈ ਸਿੱਖ ਵੀ ਮੌਨ ਧਾਰੀ ਨਹੀਂ ਹੁੰਦਾ। ਪਰਮਾਤਮਾ ਮੈਂ ਤੁਹਾਨੂੰ ਜੀਭ ਦਿੱਤੀ, ਕਾਹਦੇ ਲਈ ਦਿੱਤੀ ਹੈ? ਬੋਲਣ ਲਈ ਦਿੱਤੀ ਹੈ। ਠੀਕ ਹੈ, ਫਜ਼ੂਲ ਦਾ ਨਾ ਬੋਲੋ, ਅਬਾ ਤਬਾ ਨਾ ਬੋਲੋ, ਇਹ ਥੋੜ੍ਹਾ ਬੋਲਣਾ ਹੀ ਨਹੀਂ। ਜਿਸ ਅੰਗ ਨੂੰ ਤੁਸੀਂ ਵਰਤਣਾ ਬੰਦ ਕਰ ਦਿਓਗੇ, ਅੰਗ ਸਮਾਂ ਪਾ ਕੇ ਕੰਡਮ ਹੋ ਜਾਂਦਾ। ਤੁਸੀਂ ਦੇਖਿਆ ਨਾ, ਆਪਾਂ ਸੱਜੀ ਬਾਂਹ ਨੂੰ ਜ਼ਿਆਦਾ ਵਰਤਦੇ ਹਾਂ ਖੱਬੀ ਨਾਲੋਂ। ਜੋ ਵੀ ਚੀਜ਼ ਚੱਕਦੇ ਸੱਜੇ ਹੱਥ ਨਾਲ ਚੱਕਦੇ ਕਿ ਨਹੀਂ? ਇਸੇ ਸਾਡੀ ਸੱਜੀ ਬਾਂਹ ਖੱਬੀ ਬਾਂਹ ਨਾਲ ਮਜ਼ਬੂਤ ਹੁੰਦੀ। ਪੁਰਾਣੇ ਜ਼ਮਾਨੇ 'ਚ ਸਰੀਰ ਤੋਂ ਕੰਮ ਲੈਂਦੇ ਸਨ ਲੋਕ, ਸਰੀਰ, ਇਸ ਲਈ ਸਰੀਰਕ ਤੌਰ 'ਤੇ ਤਕੜੇ ਸਨ। ਅੱਜ ਦਾ ਮਨੁੱਖ ਦਿਮਾਗ ਤੋਂ ਕੰਮ ਲੈਂਦਾ ਹੈ, ਸਰੀਰ ਤੋਂ ਨਹੀਂ ਲੈਂਦਾ। ਇਸ ਲਈ ਸਰੀਰ ਦਿਨੋਂ ਦਿਨ ਕਮਜ਼ੋਰ ਹੋਈ ਜਾ ਰਹੇ ਨੇ। ਹਾਂ, ਦਿਮਾਗ ਤੇਜ਼ ਹੁੰਦਾ ਜਾ ਰਿਹਾ, ਕਿਉਂਕਿ ਉਸ ਤੋਂ ਕੰਮ ਲੈਣਾ। ਪੁਰਾਣੇ ਬੰਦੇ ਦਿਮਾਗ ਤੋਂ ਕੋਈ ਕੰਮ ਹੀ ਨਹੀਂ ਸਨ ਲੈਂਦੇ, ਇਸ ਲਈ ਉਹਨਾਂ ਦਾ ਦਿਮਾਗ ਪ੍ਰਫੁੱਲਤ ਹੀ ਨਹੀਂ ਸੀ ਹੁੰਦਾ। ਮਰਨ ਤੱਕ ਦਿਮਾਗ ਤੋਂ ਕੰਮ ਲੈਂਦੇ ਰਹਿਣਾ ਚਾਹੀਦਾ, ਤਾਂ ਜੋ ਸਾਡੀ ਯਾਦ ਸ਼ਕਤੀ ਕਾਇਮ ਰਹੇ। ਜੇ ਅਸੀਂ ਯਾਦ ਕਰਨਾ ਛੱਡਦੇ ਨਾ, ਕੋਈ ਯਾਦ ਹੀ ਨਹੀਂ ਕਰਦੇ, ਤਾਂ ਹੌਲੀ ਸਾਡੀ ਯਾਦ ਸ਼ਕਤੀ ਖਤਮ ਹੋ ਜਾਏਗੀ। ਇਸੇ ਕੰਮ ਲੈਂਦੇ ਰਹਿਣਾ, ਦਿਮਾਗ ਤੋਂ ਕੰਮ ਲੈਂਦੇ ਰਹਿਣਾ ਹੈ, ਤਾਂ ਜੋ ਸਾਡੀ ਯਾਦ ਸ਼ਕਤੀ ਕਾਇਮ ਰਹੇ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਉਹ ਅਮੋਨੀ ਹੈ, ਉਹ ਚੁੱਪ ਰਹਿਣ ਵਾਲਾ ਨਹੀਂ ਹੈ। ਅਜੋਨੀ ਹੈ, ਉਹ ਜਨਮ ਲੈਣ ਵਾਲਾ ਨਹੀਂ ਹੈ। ਪਰਮਾਥੇ ਉਹ ਨਾਸ਼ ਕਰਨ ਵਾਲਾ ਹੈ। ਅਨਾਥੇ ਉਹਦਾ ਕੋਈ ਮਾਲਕ ਨਹੀਂ ਹੈ। ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ। ਰਾਗ ਮੋਹ ਨੂੰ ਕਹਿੰਦੇ, ਨਾ ਰਾਗੇ। ਪਰਮਾਤਮਾ ਕੋਈ ਮੋਹ ਨਹੀਂ ਹੈ। ਸਾਡੇ ਅੰਦਰ ਤਾਂ ਮੋਹ ਹੈ, ਬੱਚਿਆਂ ਨਾਲ ਮੋਹ ਹੈ, ਮਾਂ ਪਿਓ ਨਾਲ ਮੋਹ ਹੈ, ਭੈਣਾਂ ਭਰਾਵਾਂ ਨਾਲ ਮੋਹ ਹੈ, ਦੋਸਤਾਂ ਮਿੱਤਰ ਨਾਲ ਮੋਹ ਹੈ। ਪਰਮਾਤਮਾ ਕੋਈ ਮੋਹ ਨਹੀਂ ਹੈ। ਜਿੱਥੇ ਮੋਹ ਹੋਏਗਾ ਉੱਥੇ ਦੁੱਖ ਹੋਏਗਾ। ਆਮ ਲੋਕਾਂ ਨਾਲ ਸਾਡਾ ਮੋਹ ਨਹੀਂ ਹੈ। ਅਖਬਾਰ 'ਚ ਆਇਆ ਇੰਨੇ ਬੰਦੇ ਐਕਸੀਡੈਂਟ 'ਚ ਮਰ ਗਏ, ਸਾਡੇ ਲਈ ਇੱਕ ਸਧਾਰਨ ਗੱਲ ਹੈ। ਸਿਰਫ ਆਪਾਂ ਵੇਖ ਲੈਂਦੇ ਹਾਂ ਵੀ ਕਿਤੇ ਕੋਈ ਸਾਡਾ ਤਾਂ ਨਹੀਂ ਹੈਗਾ ਇਹਦੇ ਵਿੱਚ, ਕਿਸੇ ਰਿਸ਼ਤੇਦਾਰ ਦਾ ਨਾਮ।
ਨਹੀਂ ਹੈ ਤਾਂ ਗੱਲ ਖਤਮ ਹੋ ਗਈ। ਸਾਡੇ ਲਈ ਇੱਕ ਖਬਰ ਹੈ, ਪਰ ਜਿਹਨਾਂ ਦੇ ਮਰ ਗਏ ਨੇ ਉਹਨਾਂ ਲਈ ਇੱਕ ਸਿਆਪਾ ਹੈ। ਉਹ ਮੋਹ 'ਚ ਨੇ, ਮੋਹ ਕਾਰਨ ਦੁੱਖ ਹੈ। ਸਾਡਾ ਆਮ ਲੋਕਾਂ 'ਚ ਮੋਹ ਨਹੀਂ ਹੈ, ਇਸ ਲਈ ਮਰ ਰਹੇ ਨੇ, ਬਿਮਾਰ ਹੋ ਨੇ। ਅਸੀਂ ਕਦੇ ਦੁਖੀ ਨਹੀਂ ਹੁੰਦੇ, ਕਿਉਂਕਿ ਸਾਡਾ ਕਿਹੜਾ ਉਹਨਾਂ ਨਾਲ ਮੋਹ ਹੈ। ਇਸ ਲਈ ਪਰਮਾਤਮਾ ਦੇ ਅੰਦਰ ਕੋਈ ਮੋਹ ਨਹੀਂ ਹੈ, ਨਾ ਰਾਗੇ। ਉਹਦੇ ਰਾਗ ਮੋਹ ਨੂੰ ਕਹਿੰਦੇ। ਪਰਮਾਤਮਾ ਮੋਹ ਤੋਂ ਰਹਿਤ ਹੈ। ਨਾ ਰੰਗੇ, ਉਹਦਾ ਕੋਈ ਰੰਗ ਨਹੀਂ ਹੈ। ਨਾ ਰੂਪੇ, ਉਹਦਾ ਕੋਈ ਰੂਪ ਨਹੀਂ, ਸ਼ਕਲ ਸੂਰਤ ਨਹੀਂ। ਨਾ ਰੇਖੇ, ਉਹਦਾ ਕੋਈ ਚਿੰਨ੍ਹ ਨਹੀਂ। ਉਹਦੇ ਕੋਈ ਰੇਖ ਨਹੀਂ, ਲਕੀਰ ਨਹੀਂ, ਕੋਈ ਚਿੰਨ੍ਹ ਨਹੀਂ, ਕੋਈ ਚਿੰਨ੍ਹ ਨਹੀਂ। ਰਾਗ ਹੁੰਦਾ ਮੋਹ, ਰੰਗ ਹੁੰਦਾ, ਰੂਪ ਰੇਖ। ਪਰਮਾਤਮਾ ਮੋਹ ਤੋਂ ਰਹਿਤ ਹੈ, ਰੰਗ ਤੋਂ ਰਹਿਤ ਹੈ, ਰੂਪ ਤੋਂ ਰਹਿਤ ਹੈ, ਰੇਖ ਤੋਂ ਰਹਿਤ ਹੈ। ਅਕਰਮੰ ਅਪਰਮੰ ਅਗੰਜੇ ਅਲੇਖੇ। ਅਕਰਮੰ, ਪਰਮਾਤਮਾ ਕਰਮਾਂ ਤੋਂ ਰਹਿਤ ਹੈ, ਕਿ ਜੇ ਕਰਮ ਕਰਾਂਗੇ ਤਾਂ ਫਲ ਭੋਗਣਾ ਪੈਣਾ। ਆਪਾਂ ਕੋਈ ਵੀ ਕਰਮ ਕਰੋ, ਭਾਵੇਂ ਚੰਗਾ ਕਰੋ, ਬੰਦਾ ਕਰੋ, ਫਲ ਤੇ ਭੋਗਣਾ ਪੈਣਾ। ਚੰਗੇ ਕਰਮ ਦਾ ਫਲ ਚੰਗਾ, ਮੰਦੇ ਦਾ ਮੰਦਾ। ਮਨੁੱਖ ਆਪਣੇ ਕਰਮ ਕਰਦਾ ਰਹਿੰਦਾ, ਉਹਨਾਂ ਦੇ ਫਲ ਭੋਗਦਾ ਰਹਿੰਦਾ। ਬਸ ਆਹੀ ਸਾਡਾ ਜੀਵਨ, ਆਹੀ ਸਾਡਾ ਜੀਵਨ। ਕਰਮ ਕਰੀ ਜਾਓ, ਉਹਦਾ ਫਲ ਭੋਗੀ ਜਾਓ। ਬਸ ਫਿਰ ਅਗਲਾ ਜਨਮ ਆ ਜਾਓ, ਫਿਰ ਕਰਮ ਕਰੋ, ਉਹਦਾ ਫਲ ਭੋਗੀ ਜਾਓ। ਫਿਰ ਜੰਪੋ, ਫਿਰ ਕਰਮ ਕਰੀ ਜਾਓ, ਫਲ ਭੋਗੀ ਜਾਓ। ਬਸ ਐਂ ਪਤਾ ਨਹੀਂ ਕਿੰਨੇ ਜਨਮਾਂ ਤੋਂ ਅਸੀਂ ਇਸੇ ਤਰੀਕੇ ਨਾਲ ਚੱਲ ਰਹੇ। ਕਰਮ ਕਰਦੇ ਹਾਂ, ਫਿਰ ਉਹਨਾਂ ਦਾ ਫਲ ਭੋਗ ਲਈ ਦੁਬਾਰਾ ਜਨਮ ਲੈ ਲੈਂਦੇ। ਫਿਰ ਕਰਮ ਕਰਦੇ ਹਾਂ, ਫਿਰ ਉਹਨਾਂ ਦਾ ਫਲ ਭੋਗ ਲਈ ਫਿਰ ਜਨਮ ਲੈ ਲੈਂਦੇ। ਇਸ ਤਰ੍ਹਾਂ ਸਾਡਾ ਚੱਲੀ ਹੋਈ ਜਾਂਦਾ। ਪਰ ਪਰਮਾਤਮਾ ਅਕਰਮੰਗ ਹੈ, ਉਹ ਕਰਮਾਂ ਦਾ ਬੱਝਿਆ ਨਹੀਂ ਹੈ। ਕਰਮ ਤਾਂ ਉਹ ਕਰਦਾ ਹੈ, ਐਡੀ ਵੱਡੀ ਸ੍ਰਿਸ਼ਟੀ ਬਣਾਈ ਹੈ, ਐਨ ਸ੍ਰਿਸ਼ਟੀ ਨੂੰ ਪਾਲਣ ਦਾ ਕਰਮ ਕਰ ਰਿਹਾ ਹੈ। ਪਰ ਉਹਦਾ ਕਰਮ ਲਿਖਤ 'ਚ ਨਹੀਂ ਹੈਗਾ। ਸਾਡੇ ਕਰਮ ਲਿਖਤ 'ਚ ਨੇ, ਇਸ ਲਈ ਸਾਨੂੰ ਭੋਗਣੇ ਪੈਂਦੇ ਨੇ। ਜਦੋਂ ਕਿਸੇ ਨੂੰ ਬ੍ਰਹਮ ਗਿਆਨ ਹੋ ਜਾਂਦਾ, ਫਿਰ ਉਹਦੇ ਕਰਮ ਜਿਹੜੇ ਨੇ ਉਹ ਕਿਸੇ ਲਿਖਤ 'ਚ ਨਹੀਂ ਰਹਿੰਦੇ। ਜਿੰਨੇ ਪਹਿਲੇ ਕਰਮ ਪਿੱਛੇ ਅਸੀਂ ਪਿਛਲੇ ਜਨਮ 'ਚ ਕੀਤੇ, ਪਿਛਲੇ ਜਨਮਾਂ 'ਚ, ਜਿਉਂ ਹੀ ਬ੍ਰਹਮ ਗਿਆਨ ਹੁੰਦਾ ਸਾਰੇ ਕਰਮ ਖਤਮ ਹੋ ਜਾਂਦੇ ਨੇ। ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਨਵਾਂ ਕਰਮ ਕੋਈ ਬਣਦਾ ਨਹੀਂ ਹੈ, ਅਤੇ ਜਿਹੜੇ ਲਿਖਾ ਕੇ ਲਿਆਇਆ ਹੈ ਉਹ ਭੋਗ ਲੈਂਦਾ ਹੈ। ਇਸ ਲਈ ਉਹਦਾ ਕੋਈ ਕਰਮ ਹੀ ਨਹੀਂ ਰਹਿੰਦਾ, ਇਸ ਲਈ ਦੁਬਾਰਾ ਪੈਦਾ ਨਹੀਂ ਹੁੰਦਾ। ਬ੍ਰਹਮ ਗਿਆਨੀ ਦੁਬਾਰਾ ਜਨਮ ਨਹੀਂ ਲਿਆ ਕਰਦਾ, ਕੋਈ ਕਰਮ ਹੀ ਉਹਦਾ ਕੋਈ ਨਹੀਂ। ਹਾਂ, ਪਰਮਾਤਮਾ ਸਪੈਸ਼ਲ ਡਿਊਟੀ ਲਾਵੇ, ਉਹ ਗੱਲ ਵੱਖਰੀ। ਜਿਵੇਂ ਪਰਮਾਤਮਾ ਨੇ ਗੁਰੂਆਂ ਦੀਆਂ ਡਿਊਟੀਆਂ ਲਾ ਕੇ ਭੇਜੀਆਂ, ਜੋ ਭਾਈ ਤੁਸੀਂ ਆਹ ਕੰਮ ਕਰੋ, ਫਿਰ ਇੱਥੇ ਤੁਸੀਂ ਵਾਪਸ ਆ ਜਾਣਾ। ਉੱਥੇ ਜਿੱਥੋਂ ਆਏ ਸਨ ਉੱਥੇ ਸੱਚਖੰਡ 'ਚ ਭੇਜੇ ਗਏ ਸਨ, ਆਪਣਾ ਕਰਮ ਕਰਕੇ ਸੱਚਖੰਡ 'ਚ ਵਾਪਸ ਚਲੇ ਗਏ। ਜਿਨ੍ਹਾਂ ਨੂੰ ਪਰਮਾਤਮਾ ਭੇਜਦਾ ਉਹਨਾਂ ਨੂੰ ਪਹਿਲਾਂ ਕਹਿੰਦਾ ਤੁਸੀਂ ਆਹ ਕੰਮ ਕਰਨਾ ਉੱਥੇ ਜਾ ਕੇ, ਤੁਹਾਨੂੰ ਇਸ ਕੰਮ ਲਈ ਭੇਜਿਆ ਜਾ ਰਿਹਾ, ਤੁਸੀਂ ਆਹ ਕਰ ਲਓ। ਫਿਰ ਉਹੀ ਕਰਮ ਕਰਕੇ ਜਦੋਂ ਵਾਪਸ ਜਾਂਦੇ ਨੇ, ਫਿਰ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਮਾਂ ਪਿਓ ਨੇ ਤੁਹਾਨੂੰ ਕਿਸੇ ਕੰਮ ਲਈ ਬਾਜ਼ਾਰ ਭੇਜਿਆ, ਤੁਸੀਂ ਉਹ ਕੰਮ ਸਫਲਤਾਪੂਰਵਕ ਕਰਕੇ ਆਉਂਦੇ ਹੋ, ਉਹ ਕਰਕੇ ਸ਼ਾਬਾਸ਼ੀ ਕਰ। ਇਹ ਤਾਂ ਹੀ ਕਹਿੰਦੇ ਜਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ, ਦਸਮ ਪਾਤਸ਼ਾਹ ਆਪਣੀ ਬਾਣੀ 'ਚ ਲਿਖਦੇ ਨੇ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਸਾਰਾ ਸੰਸਾਰ ਕੇ ਓਹੋ ਕੀ ਹੋ ਗਿਆ, ਓਹ ਬੜਾ ਮਾੜਾ ਹੋਇਆ, ਓਹ ਬੜਾ ਮਾੜਾ ਹੋਇਆ। ਪਰ ਜਿਹੜੇ ਸੁਰ ਲੋਕ ਦੇਵਤੇ ਨੇ ਉਹ ਜੈ ਜੈਕਾਰ ਕਰ ਰਹੇ ਨੇ ਵੀ ਹਾਂ, ਜਿਸ ਕੰਮ ਲਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੁਹਾਨੂੰ ਸੰਸਾਰ 'ਤੇ ਭੇਜਿਆ ਸੀ ਨਾ, ਤੁਸੀਂ ਉਹੀ ਕੰਮ ਕਰਕੇ ਆ ਰਹੇ ਹੋ, ਜੈ ਜੈਕਾਰ ਕਰੋ। ਸੋ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਅਕਰਮੰਗ ਹੈ, ਕਰਮਾਂ ਤੋਂ ਰਹਿਤ ਹੈ। ਅਪਰਮੰਗ ਹੈ, ਭਰਮਾਂ ਤੋਂ ਰਹਿਤ ਹੈ। ਅਗੰਜੇ, ਅਟੁੱਟ ਹੈ। ਅਲੇਖੇ, ਉਹ ਲੇਖ 'ਚ ਨਹੀਂ ਹੈ, ਉਹ ਕਿਸੇ ਲਿਖਤ 'ਚ, ਉਹਦਾ ਕੋਈ ਕਰਮ ਲਿਖਤ 'ਚ ਨਹੀਂ ਹੈ। ਅੱਗੇ ਕਹਿੰਦੇ ਭੁਜੰਗ ਪ੍ਰਿਆਤ ਛੰਦ, ਇਹ ਛੰਦ ਦਾ ਨਾਮ ਹੈ ਭੁਜੰਗ ਪ੍ਰਿਆਤ। ਨਮਸਤੁਲ ਪ੍ਰਣਾਮੇ, ਸਮਸਤੁਲ ਪ੍ਰਣਾਸੇ,
ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੀ ਸੁਧਰਮੰ ਵਿਭੂਤੇ। ਨਮਸਤੁਲ ਨਮਸਕਾਰ ਕਰਨ ਦੇ ਯੋਗ, ਜਿਹੜਾ ਨਮਸਕਾਰ ਦੇ ਯੋਗ ਹੋਵੇ ਨਾ ਉਹਨੂੰ ਕਹਿੰਦੇ ਨਮਸਤੁਲ। ਕਈਆਂ ਨੂੰ ਆਪਾਂ ਨਮਸਕਾਰ ਤੇ ਕਰਦੇ ਹਾਂ ਪਰ ਉਹ ਨਾ ਯੋਗ ਨਹੀਂ ਹੁੰਦੇ। ਮੰਨ ਲਓ ਆਪਣਾ ਗੁੱਸਾ ਹੈ, ਯੋਗ ਤੇ ਹੈ ਨਹੀਂ, ਕੁਝ ਬਣ ਗਿਆ ਹੈ ਪਰ ਆਪਣਾ ਲਿਖਣਾ ਮੈਂ ਸਤਿਕਾਰਯੋਗ ਸਰ ਪ੍ਰਿੰਸੀਪਲ ਸਾਹਿਬ, ਸਤਿਕਾਰਯੋਗ ਫਲਾਣਾ ਸਾਹਿਬ, ਹਾਂਜੀ ਲਿਖਣਾ ਪੈਂਦਾ ਨਾ। ਕਈ ਸਤਿਕਾਰਯੋਗ ਨਹੀਂ ਹੁੰਦੇ ਪਰ ਉਹਨਾਂ ਦੀ ਪੋਸਟ ਕਾਰਨ ਉਹਨਾਂ ਦਾ ਸਤਿਕਾਰ ਕਰਨਾ ਪੈਂਦਾ ਹੈ। ਪਰਮਾਤਮਾ ਤੇ ਹੈ ਹੀ ਸਤਿਕਾਰਯੋਗ। ਹੇ ਸਤਿਕਾਰਯੋਗ ਪਰਮਾਤਮਾ, ਪ੍ਰਣਾਮੇ ਤੈਨੂੰ ਮੇਰੀ ਨਮਸਕਾਰ ਹੈ। ਸਮਸਤੁਲ ਪ੍ਰਣਾਸੇ, ਪ੍ਰਣਾਸ ਹੁੰਦਾ ਨਾਸ਼ ਕਰਨ ਵਾਲਾ, ਸਮਸਤੁਲ ਸਾਰਿਆਂ ਦਾ, ਤੂੰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ, ਮਾਰਨ ਵਾਲਾ ਹੈ। ਅਗੰਜੁਲ ਅਨਾਮੇ, ਅਗੰਜੁਲ ਹੁੰਦਾ ਜਿਹੜਾ ਨਾ ਟੁੱਟੇ, ਗੰਜ ਹੁੰਦਾ ਟੁੱਟਣਾ, ਅਗੰਜੁਲ ਤੂੰ ਟੁੱਟਣ ਤੋਂ ਰਹਿਤ ਹੈ, ਪਰ ਤੂੰ ਅਟੁੱਟ ਹੈ। ਅਗੰਜੁਲ ਹੇ ਅਟੁੱਟ ਪ੍ਰਭੂ, ਅਨਾਮੇ ਹੇ ਨਾਮ ਤੋਂ ਰਹਿਤ ਪ੍ਰਭੂ। ਹੇ ਪਰਮਾਤਮਾ ਤੂੰ ਅਗੰਜੁਲ ਹੈ, ਤੂੰ ਟੁੱਟਣ ਤੋਂ ਰਹਿਤ ਹੈ। ਅਨਾਮੇ ਤੂੰ ਨਾਮ ਤੋਂ ਰਹਿਤ ਹੈ। ਸਮਸਤੁਲ ਨਿਵਾਸੇ, ਸਮਸਤੁਲ ਹੁੰਦਾ ਸਾਰਿਆਂ ਵਿੱਚ, ਨਿਵਾਸੇ ਦਾ ਨਿਵਾਸ ਕਰਨਾ, ਤੂੰ ਸਾਰਿਆਂ ਵਿੱਚ ਨਿਵਾਸ ਕਰਦਾ ਹੈ, ਭਾਵ ਸਾਰਿਆਂ 'ਚ ਵਸਦਾ ਹੈ। ਪਰਮਾਤਮਾ ਸਾਰਿਆਂ 'ਚ ਵਸਦਾ ਹੈ। ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ, ਤੂੰ ਇੱਛਾ ਤੋਂ ਰਹਿਤ ਹੈ। ਕਾਮ ਇੱਛਾ ਨੂੰ ਕਹਿੰਦੇ, ਨਿਰਕਾਮੰ ਪਰਮਾਤਮਾ ਇੱਛਾ ਤੋਂ ਰਹਿਤ ਹੈ। ਵਿਭੂਤੇ ਬਹੁਤ ਧਨ ਸੰਪਦਾ ਵਾਲਾ ਹੈ, ਜਿਹੜਾ ਬਹੁਤ ਧਨ ਸੰਪਦਾ ਵਾਲਾ ਐਸ਼ ਕਰੇ ਉਹਨੂੰ ਕਹਿੰਦੇ ਬੜਾ ਵਿਭੂਤੇ ਹੈ, ਬੜਾ ਵੇਦਾ ਤਪ ਤੇਜ ਹੈ। ਸਮਸਤੁਲ ਸਰੂਪੇ, ਤੂੰ ਸਾਰਿਆਂ ਦਾ ਸਰੂਪ ਹੈ। ਸਮਸਤੁਲ ਸਾਰਿਆਂ ਦਾ, ਸਾਰੇ ਦੇ ਸਰੂਪ ਤੇਰੇ ਸਰੂਪ 'ਚ ਹੀ ਹੈ। ਇਹ ਪਰਮਾਤਮਾ ਜਿਹੜਾ ਸਾਰਿਆਂ ਦਾ ਸਰੂਪ ਹੈ। ਕੋ ਕਰਮੰ ਪਰਨਾਸੇ, ਕਰਮ ਹੋ ਗਿਆ ਸੋ ਕਰਮ ਚੰਗੇ ਕਰਮ ਹੋ ਗਿਆ, ਕੋਈ ਕਰਮ ਮਾੜੇ ਕਰਮ ਹੋ ਗਏ। ਜੇ ਪੁੱਤਰ ਤੇ ਸਾਰੇ ਹੀ ਆ, ਕੋਈ ਇੱਕ ਪੁੱਤਰ ਹੈ ਕੋਈ ਸਪੁੱਤਰ ਹੈ। ਪੁੱਤਰ ਤੇ ਸਾਰੇ ਹੀ ਆ ਪਰ ਦੋ ਪ੍ਰਕਾਰ ਦੇ ਪੁੱਤਰ ਹੁੰਦੇ ਨੇ, ਜਾਂ ਸਪੁੱਤਰ ਹੈ ਚੰਗਾ ਪੁੱਤਰ, ਜਾਂ ਕਪੁੱਤਰ ਹੈ ਭੈੜਾ ਪੁੱਤਰ। ਦੋ ਪ੍ਰਕਾਰ ਦੇ ਲੋਕ ਨੇ। ਸੋ ਕੁਕਰਮੰ ਪਰਨਾਸੇ, ਤੂੰ ਮਾੜੇ ਕਰਮਾਂ ਨੂੰ ਨਾਸ਼ ਕਰਨ ਵਾਲਾ ਹੈ। ਕੁਕਰਮ ਮਾੜੇ ਕਰਮ, ਜੋ ਮਾੜੇ ਕਰਮ ਕਰਦਾ ਤੂੰ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਸੁਧਰਮੰ, ਤੂੰ ਚੰਗੇ ਧਰਮ ਵਾਲਾ ਹੈ। ਅਧਰਮੰ, ਭੈੜਾ ਜੇ ਧਰਮ ਨਾ ਹੋਵੇ ਕੋਈ। ਸੁਧਰਮੰ, ਚੰਗੇ ਧਰਮ ਵਾਲਾ, ਤੂੰ ਚੰਗੇ ਧਰਮ ਵਾਲਾ ਹੈ। ਵਿਭੂਤੇ, ਤੂੰ ਬਹੁਤ ਧਨ ਦੌਲਤ ਵਾਲਾ ਹੈ। ਐਂ ਵੀ ਕਹਿ ਸਕਦੇ ਹਾਂ ਕੁਕਰਮੰ ਪਰਨਾਸੀ, ਜਿਹੜੇ ਮਾੜੇ ਕੰਮ ਕਰਦੇ ਨੇ ਤੂੰ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਸੁਧਰਮੰ, ਜਿਹੜੇ ਚੰਗੇ ਕੰਮ ਕਰਦੇ ਨੇ, ਵਿਭੂਤੇ ਉਹਨਾਂ ਨੂੰ ਧਨ ਦੌਲਤ ਦੇਣ ਵਾਲਾ ਹੈ। ਉਹਨਾਂ ਨੂੰ ਧਨ ਦੌਲਤ ਦੇਣਾ ਵੀ ਤੁਸੀਂ ਚੰਗੇ ਕੰਮ ਕਰਦੇ। ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਮਾਰਦਾ। ਕੁਕਰਮੰ ਪਰਨਾਸੀ, ਤੂੰ ਮਾੜੇ ਕੰਮ ਕਰਨ ਵਾਲੇ ਨੂੰ ਮਾਰਨ ਵਾਲਾ ਹੈ। ਸੁਧਰਮੰ, ਤੇ ਜਿਹੜੇ ਚੰਗੇ ਕੰਮ ਕਰਨ ਵਿਭੂਤੇ ਉਹਨਾਂ ਨੂੰ ਧਨ ਦੌਲਤ ਦੇਣ ਵਾਲਾ ਹੈ। ਫਿਰ ਸੁਣ ਲਓ, ਨਮਸਤੁਲ ਪ੍ਰਣਾਮੇ, ਨਮਸਤੁਲ ਦਾ ਨਮਸਕਾਰ ਯੋਗ, ਨਮਸਕਾਰ ਯੋਗ ਪ੍ਰਭੂ ਨੂੰ ਪ੍ਰਣਾਮੇ, ਮੇਰਾ ਪ੍ਰਣਾਮ ਹੈ, ਨਮਸਕਾਰ ਹੈ। ਸਮਸਤੁਲ ਪ੍ਰਣਾਸੇ, ਪ੍ਰਣਾਸ ਦਾ ਨਾਸ਼ ਕਰਨ ਵਾਲਾ। ਸਮਸਤੁਲ ਹੁੰਦਾ ਸਭ ਨੂੰ, ਸਮਸਤੁਲ ਪ੍ਰਣਾਸੇ, ਤੂੰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਅਗੰਜੁਲ ਅਨਾਮੇ,
ਅਨਾਮੇ ਨਾਮ ਤੋਂ ਰਹਿਤ ਹੈ। ਸਮਸਤੁਲ ਸਰੂਪੇ ਸਭ ਦਾ ਸਰੂਪ ਹੈ, ਭਾਵ ਸਾਰਿਆਂ ਦਾ ਸਰੂਪ ਉਹਦੇ ਵਿੱਚ ਹੀ ਹੈ, ਕਿਉਂਕਿ ਸਾਰੇ ਅਸੀਂ ਉਹਦੇ ਵਿੱਚੋਂ ਹੀ ਪੈਦਾ ਹੋਏ ਹੋਏ ਹਾਂ, ਇਸ ਲਈ ਸਭ ਦਾ ਸਰੂਪ ਹੈ। ਕੁਕਰਮੰ ਪਰਨਾਸੀ, ਜਿਹੜੇ ਮਾੜੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ, ਉਹਨਾਂ ਨੂੰ ਮਾਰਨ ਵਾਲਾ ਹੈ। ਸੁਧਰਮੰ ਵਿਭੂਤੇ, ਅਤੇ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਧਨ ਦੌਲਤ ਦੇਣ ਵਾਲਾ ਹੈ। ਅੱਗੇ ਕਹਿੰਦੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ। ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ। ਅਜਾਇਬ ਵਿਭੂਤੇ ਗਜ਼ਾਇਬ ਗਨੀਮੇ। ਹਰੀਅੰਗ ਕਰੀਅੰਗ ਕਰੀਮੁਲ ਰਹੀਮੇ। ਕਰੀਮ ਹੁੰਦਾ ਜਿਹੜਾ ਕਿਸੇ 'ਤੇ ਬਖਸ਼ਿਸ਼ ਕਰੇ, ਫਾਰਸੀ ਸ਼ਬਦ ਹੈ ਕਰੀਮ, ਬਖਸ਼ਿਸ਼ ਕਰਨ ਵਾਲਾ। ਕਰੀਮੁਲ ਕੁਨਿੰਦਾ, ਕੁਨਿੰਦਾ ਹੁੰਦਾ ਕਰਨ ਵਾਲਾ। ਪਰਮਾਤਮਾ ਜੀਵਾਂ 'ਤੇ ਬਖਸ਼ਿਸ਼ ਕਰਨ ਵਾਲਾ ਹੈ। ਕਰੀਮੁਲ ਕੁਨਿੰਦਾ, ਬਖਸ਼ਿਸ਼ ਕਰਨ ਵਾਲਾ। ਕੁਨਿੰਦਾ ਕਰਨ ਵਾਲਾ, ਕਰੀਮੁਲ ਬਖਸ਼ਿਸ਼। ਪਰਮਾਤਮਾ ਸਦਾ ਸੱਚ ਦਾ ਆਨੰਦ ਹੈ। ਸੱਚ ਦਾ ਆਨੰਦ 3 ਅੱਖਰਾਂ ਸ਼ਬਦਾਂ ਤੋਂ ਬਣੇ। ਸਤ ਚਿਤ ਆਨੰਦ ਹੈ। ਸਤ ਸੱਚ ਦਾ ਭਾਵ ਹੈ, ਸੱਚ ਚਿੱਤ ਆਨੰਦ, ਉਸ ਤੋਂ ਬਣੇ ਸੱਚ ਦਾ ਆਨੰਦ। ਸੱਚ ਦਾ ਮਤਲਬ ਸਤ, ਚਿੱਤ ਦਾ ਮਤਲਬ ਗਿਆਨ, ਅਤੇ ਆਨੰਦ ਦਾ ਮਤਲਬ ਖੁਸ਼ੀ। ਸਦਾ ਸੱਚ ਦਾ ਆਨੰਦ। ਹੈ ਪਰਮਾਤਮਾ ਤੂੰ ਸਦਾ ਹੀ ਸਤ ਹੈ, ਤੂੰ ਸਦਾ ਹੀ ਗਿਆਨ ਵਾਲਾ ਹੈ, ਤੂੰ ਆਨੰਦ ਹੈ। ਜਿਹੜਾ ਸਤ ਹੋਵੇ, ਗਿਆਨਵਾਨ ਹੋਵੇ, ਆਨੰਦ 'ਚ ਰਹਿਣ ਵਾਲਾ ਹੋਵੇ, ਉਹਨੂੰ ਕਹਿੰਦਾ ਸੱਚ ਦਾ ਆਨੰਦ। ਸਦਾ ਸੱਚ ਦਾ ਆਨੰਦ। ਤੂੰ ਤਾਂ ਸਦਾ ਹੀ ਸੱਚ ਦਾ ਆਨੰਦ ਹੈ, ਤੂੰ ਤਾਂ ਸਦਾ ਹੀ ਸਤ ਹੈ, ਤੂੰ ਤਾਂ ਸਦਾ ਹੀ ਗਿਆਨ ਹੈ, ਤੂੰ ਤਾਂ ਸਦਾ ਹੀ ਆਨੰਦ ਹੈ। ਸਮਸਤੁਲ ਨਿਵਾਸੀ, ਇਹ ਪਿੱਛੇ ਵੀ ਐਸੇ ਦੇਖੋ, ਸਾਰਿਆਂ 'ਚ ਨਿਵਾਸ ਕਰਨ ਵਾਲਾ। ਪਰਮਾਤਮਾ ਸਾਰਿਆਂ 'ਚ ਨਿਵਾਸ ਕਰਦਾ, ਭਾਵ ਸਾਰਿਆਂ ਦੇ ਵਿੱਚ ਵਸਦਾ ਹੈ। ਉੱਤੇ ਸਤਰੰਗ ਪ੍ਰਣਾਸੀ, ਸਤਰੰਗ ਦੁਸ਼ਮਣ ਨੂੰ, ਪ੍ਰਣਾਸੀ ਨਾਸ ਕਰਨ ਵਾਲਾ। ਤੂੰ ਦੁਸ਼ਮਣਾਂ ਨੂੰ ਮਾਰਨ ਵਾਲਾ ਹੈ। ਫਿਰ ਧਿਆਨ ਦਿਓ, ਸਦਾ ਸੱਚ ਦਾ ਆਨੰਦ। ਤੂੰ ਸਦਾ ਹੀ ਸਤ ਚਿੱਤ ਆਨੰਦ ਹੈ। ਸਤਰੰਗ ਪ੍ਰਣਾਸੀ, ਤੂੰ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈ। ਸਤਰ ਸ਼ਤਰੂ ਨੂੰ ਕਹਿੰਦੇ ਦੁਸ਼ਮਣ, ਪ੍ਰਣਾਸੀ ਹੁੰਦਾ ਨਾਸ਼ ਕਰਨ ਵਾਲਾ। ਸਤਰੰਗ ਪ੍ਰਣਾਸੀ, ਤੂੰ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈ। ਆਪ ਕੀ ਹੈ ਤੂੰ? ਸਦਾ ਸੱਚ ਦਾ ਆਨੰਦ। ਆਪ ਤੂੰ ਸਦਾ ਹੀ ਸਤ ਚਿੱਤ ਆਨੰਦ ਹੈ, ਭਾਵ ਸਤ ਹੈ, ਗਿਆਨ ਹੈ, ਆਨੰਦ ਹੈ। ਤੂੰ ਸਦਾ ਹੀ ਸੱਚ ਦਾ ਆਨੰਦ ਹੈ। ਸਤਰੰਗ ਪ੍ਰਣਾਸੀ, ਤੂੰ ਦੁਸ਼ਮਣਾਂ ਨੂੰ ਮਾਰਨ ਵਾਲਾ ਹੈ। ਕਰੀਮੁਲ ਕੁਨਿੰਦਾ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਕਰੀਮੁਲ ਕੁਨਿੰਦਾ, ਜਿਹੜਾ ਦੂਜੇ ਦੇ ਬਖਸ਼ਿਸ਼ ਕਰੇ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਸਮਸਤੁਲ ਨਿਵਾਸੀ, ਤੇਰਾ ਨਿਵਾਸ ਸਾਰਿਆਂ ਦੇ ਵਿੱਚ ਹੈ, ਭਾਵ ਤੂੰ ਸਾਰਿਆਂ ਦੇ ਵਿੱਚ ਵਸਦਾ ਹੈ। ਅਜਾਇਬ ਵਿਭੂਤੇ, ਅਜਾਇਬ ਹੁੰਦਾ ਅਸਚਰਜ, ਜਿਹਨੂੰ ਅਜੀਬ ਕਹਿੰਦੇ ਆਪਾਂ, ਅਸਚਰਜ। ਵਿਭੂਤੇ ਧਨ ਸੰਪਦਾ ਵਾਲਾ, ਤੂੰ ਅਸਚਰਜ ਧਨ ਸੰਪਦਾ ਵਾਲਾ। ਜਦੋਂ ਆਪਾਂ ਕਿਸੇ ਦੀ ਬਹੁਤ ਵੱਡੀ ਕੋਈ ਖੂਬੀ ਵੇਖੀਏ, ਆਪਾਂ ਅਸਚਰਜ ਹੋ ਜਾਂਦੇ। ਮੰਨ ਲਓ ਕਿਸੇ ਨੇ ਪਹਿਲੀ ਵਾਰ ਪਹਾੜ ਦੇਖਿਆ, ਪਹਿਲੀ ਵਾਰ, ਬੜਾ ਅਸਚਰਜ ਹੋਏਗਾ ਵੀ ਕਿੱਡਾ ਉੱਚਾ ਪਹਾੜ ਹੈ। ਪਹਿਲੀ ਵਾਰ ਕਿਸੇ ਨੇ ਸਮੁੰਦਰ ਵੇਖਿਆ, ਉਹਦੇ ਲਈ ਬੜਾ ਅਸਚਰਜ ਹੈ, ਬੱਲੇ ਬੱਲੇ। ਉਹ ਤਾਂ ਡਰ ਜਾਂਦਾ ਵੀ ਛੱਲਾ ਮੇਰੇ ਵੱਲ ਨੂੰ ਹੀ ਆ ਰਹੇ, ਬਸ ਮੈਂ ਗਿਆ ਅਤੇ ਗਿਆ, ਹਾਲਾਂਕਿ ਕੰਢੇ 'ਤੇ ਖੜ੍ਹਾ ਹੁੰਦਾ। ਸਮੁੰਦਰ ਛੱਲਾਂ ਬੜੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਉੱਠਦੀਆਂ। ਜੇ ਕਿਤੇ ਜਵਾਰ ਭਾਟਾ ਵਾਲੇ ਦਿਨ ਤੁਸੀਂ ਸਮੁੰਦਰ ਦੇ ਕੰਢੇ 'ਤੇ ਖੜ੍ਹ ਜਾਓ, ਤਾਂ 10-10 12-12 ਫੁੱਟ ਉੱਚਾ ਪਾਣੀ, ਜਿਵੇਂ ਕੰਧ ਆ ਰਹੀ ਪਾਣੀ ਦੀ, ਪਾਣੀ ਦੀ ਕੰਧ ਆ ਰਹੀ ਹੁੰਦੀ ਹੈ। ਇੰਨੀ ਉਚਾਈ 'ਤੇ ਪਾਣੀ ਆ ਰਿਹਾ ਹੁੰਦਾ। ਉਂਝ ਤਾਂ ਨਹੀਂ ਤਾਂ ਉਂਝ ਤਾਂ ਛੱਲਾਂ ਹੁੰਦੀਆਂ ਨਾ। ਜਿੱਦਾਂ ਜਵਾਰ ਭਾਟਾ ਆਇਆ ਹੁੰਦਾ, ਪਾਣੀ ਕੋਈ ਚੰਨ ਦੀ ਖਿੱਚ ਕਾਰਨ ਪਾਣੀ ਉੱਪਰੋਂ ਆ ਜਾਂਦਾ ਹੈ।
ਉਹ ਫਿਰ ਐਂ ਜਦ ਪਾਣੀ ਉੱਪਰ ਨੂੰ ਆਉਂਦਾ ਐਂ ਸਮਝੋ 10-12 ਫੁੱਟ ਦੀ ਕੰਧ ਹੀ ਅੱਗੇ ਨੂੰ ਆ ਰਹੀ ਹੈ। ਬੰਦਾ ਹੈਰਾਨ ਹੋ ਜਾਵੇ, ਕਮਾਲ ਹੈ, ਆਹ ਪਤਾ ਨਹੀਂ ਕੀ ਬਲਾ ਆ ਰਹੀ ਹੈ। ਹਾਲਾਂਕਿ ਪਤਾ ਮੈਂ ਕੰਢੇ 'ਤੇ ਖੜ੍ਹਾ, ਫਿਰ ਪਿੱਛੇ ਹਟ ਜਾਣਾ। ਫਿਰ ਦੇਖੋ ਤੁਸੀਂ ਕਾਰ 'ਚ ਬੈਠੇ ਹੋ, ਅੱਗੇ ਦਰਖਤ ਦੀ ਟਹਿਣੀ ਨੀਵੀਂ ਹੈ, ਧਿਆਨ ਦੇਣਾ ਤੁਸੀਂ ਹਾਲਾਂਕਿ ਕਾਰ ਦੇ ਅੰਦਰ ਹੋ, ਤੁਹਾਨੂੰ ਟਹਿਣੀ ਨਹੀਂ ਵੱਜਣੀ, ਪਰ ਤੁਸੀਂ ਫਿਰ ਵੀ ਨੋਟ ਕਰਿਓ ਜਦੋਂ ਟਹਿਣੀ ਨੇੜੇ ਤੁਸੀਂ ਸਿਰ ਨੀਵਾਂ ਕਰ ਲਓਗੇ। ਹਾਲਾਂਕਿ ਕਾਰ ਦੇ ਵਿੱਚ ਬੈਠੇ ਹੋ, ਤੁਹਾਨੂੰ ਟਹਿਣੀ ਨਹੀਂ ਵੱਜਣੀ, ਪਰ ਇਸ ਤੁਹਾਨੂੰ ਫਿਰ ਵੀ ਡਰ ਲੱਗ ਰਿਹਾ ਹੈ ਵੀ ਟਹਿਣੀ ਕਿਤੇ ਮੈਨੂੰ ਨਾ ਕੇ ਵੱਜੇ। ਸੋ ਜਦੋਂ ਪਹਿਲੀ ਵਾਰ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਵੇਖਦਾ, ਉਹ ਕਹਿੰਦਾ ਪਰਮਾਤਮਾ ਕਿਆ ਆਸ਼ਚਰਜ ਚੀਜ਼ ਹੈ। ਇਸ ਲਈ ਕਹਿੰਦੇ ਅਜਾਇਬ ਵਿਭੂਤੇ, ਤੂੰ ਬੜਾ ਅਸਚਰਜ ਧਨ ਦੌਲਤ ਵਾਲਾ ਹੈ, ਬੜੇ ਅਸਚਰਜ ਤਪ ਤੇਜ ਵਾਲਾ ਹੈ। ਗਜ਼ਾਇਬ ਗਨੀਮੇ, ਗਜ਼ਾਇਬ ਹੁੰਦਾ ਸਜ਼ਾ ਦੇਣ ਵਾਲਾ, ਗਨੀਮੇ ਹੁੰਦੇ ਜਿਹੜੇ ਵੈਰੀ ਹੁੰਦੇ ਨੇ। ਪਰਮਾਤਮਾ ਵੈਰੀਆਂ ਨੂੰ ਸਜ਼ਾ ਦੇਣ ਵਾਲਾ ਹੈ। ਗਜ਼ਾਇਬ ਸਜ਼ਾ ਦੇਣ ਵਾਲਾ, ਗਨੀਮੇ ਵੈਰੀਆਂ ਨੂੰ। ਪਰਮਾਤਮਾ ਵੈਰੀਆਂ ਨੂੰ ਸਜ਼ਾ ਦੇਣ ਵਾਲਾ ਹੈ। ਵੈਰੀਆਂ ਨੂੰ ਸਜ਼ਾ ਦਿੰਦੇ, ਕਿਹੜੇ ਵੈਰੀ? ਜਿਹੜੇ ਧਰਮ ਦੇ ਵੈਰੀ ਨੇ, ਜਿਹੜੇ ਧਾਰਮਿਕ ਬੰਦਿਆਂ ਦੇ ਵੈਰੀ ਨੇ, ਉਹਨਾਂ ਨੂੰ ਪਰਮਾਤਮਾ ਸਜ਼ਾ ਦਿੰਦਾ। ਹਰੀਅੰਗ ਕਰੀਅੰਗ ਕਰੀਮਲ ਰਹੀਮੇ, ਹਰੀਅੰਗ ਨਾਸ਼ ਕਰਨ ਵਾਲਾ, ਕਰੀਅੰਗ ਪੈਦਾ ਕਰਨ ਵਾਲਾ, ਕਰੀਮਲ ਬਖਸ਼ਿਸ਼ ਕਰਨ ਵਾਲਾ, ਰਹੀਮ ਰਹੀਮੇ ਰਹਿਮ ਕਰਨ ਵਾਲਾ। ਜੀ ਮੇਰੇ 'ਤੇ ਰਹਿਮ ਕਰੋ ਜੀ, ਜਿਹੜਾ ਰਹਿਮ ਕਰੇ ਉਹਨੂੰ ਕਹਿੰਦੇ ਰਹੀਮ, ਜਿਹੜਾ ਕਿਤੇ ਕਿਰਪਾ ਕਰਨ ਨੂੰ ਕਹਿੰਦੇ ਨੇ ਕਰੀਮ। ਹਰੀਅੰਗ ਪਰਮਾਤਮਾ ਨਾਸ਼ ਕਰਨ ਵਾਲਾ ਹੈ, ਕਰੀਅੰਗ ਪਰਮਾਤਮਾ ਪੈਦਾ ਕਰਨ ਵਾਲਾ ਹੈ, ਕਰੀਮਲ ਪਰਮਾਤਮਾ ਕਿਰਪਾਲੂ ਹੈ, ਰਹੀਮੇ ਪਰਮਾਤਮਾ ਦਿਆਲੂ ਹੈ। ਫਿਰ ਦੇਖੋ ਸਦਾ ਸਚਦਾਨੰਦ, ਪਰਮਾਤਮਾ ਸਦਾ ਹੀ ਸਤ ਗਿਆਨ ਆਨੰਦ ਹੈ, ਜਿਹਨੂੰ ਕਹਿੰਦੇ ਸਤ ਚਿੱਤ ਆਨੰਦ। ਸੱਚ ਪਾ ਸਤ ਦਾ ਆਨੰਦ, ਗਿਆਨ ਆਨੰਦ, ਸਤ ਚਿੱਤ ਆਨੰਦ, ਇਹ ਤਿੰਨਾਂ ਸ਼ਬਦਾਂ ਤੋਂ ਬਣਿਆ ਹੈ। ਚਿੱਤ ਦਾ ਮਤਲਬ ਹੁੰਦਾ ਗਿਆਨ। ਸਦਾ ਸਚਦਾਨੰਦ, ਪਰਮਾਤਮਾ ਸਦਾ ਹੀ ਸਤ ਚਿੱਤ ਆਨੰਦ ਹੈ। ਸਤਰੰਗ ਪ੍ਰਨਾਸੀ, ਉਹ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈ। ਕਰੀਮੁਲ ਕੁਨਿੰਦਾ, ਉਹ ਬਖਸ਼ਿਸ਼ ਕਰਨ ਵਾਲਾ ਹੈ। ਸਮਸਤੁਲ ਨਿਵਾਸੀ, ਉਹ ਸਾਰਿਆਂ 'ਚ ਨਿਵਾਸ ਕਰਨ ਵਾਲਾ ਹੈ। ਅਜਾਇਬ ਅਜਾਇਬ ਵਿਭੂਤੇ, ਉਹ ਅਸਚਰਜ ਧਨ ਸੰਪਦਾ ਵਾਲਾ ਹੈ। ਉਹ ਅਸਚਰਜ ਤਪ ਤੇਜ ਵਾਲਾ ਹੈ। ਤਪ ਤੇਜ ਵੀ ਹੁੰਦਾ ਵਿਭੂਤੇ, ਧਨ ਸੰਪਦਾ ਵੀ ਹੁੰਦਾ। ਗਜ਼ਾਇਬ ਗਨੀਮੇ, ਗਜ਼ਾਇਬ ਸਜ਼ਾ ਦੇਣ ਵਾਲਾ, ਗਨੀਮੇ ਵੈਰੀਆਂ ਨੂੰ, ਉਹ ਧਰਮ ਦੇ ਦੋਖੀਆਂ ਨੂੰ, ਧਰਮ ਦੇ ਵੈਰੀਆਂ ਨੂੰ ਸਜ਼ਾ ਦੇਣ ਵਾਲਾ ਹੈ। ਹਰੀਅੰਗ ਨਾਸ਼ ਕਰਨ ਵਾਲਾ, ਕਰੀਅੰਗ ਪੈਦਾ ਕਰਨ ਵਾਲਾ ਹੈ, ਕਰੀਮਲ ਕਿਰਪਾਲੂ ਹੈ, ਰਹੀਮੇ ਦਿਆਲੂ ਹੈ। ਪਰਮਾਤਮਾ ਨਾਸ਼ ਵੀ ਕਰਦਾ, ਪਰਮਾਤਮਾ ਪੈਦਾ ਵੀ ਕਰਦਾ, ਪਰਮਾਤਮਾ ਕਿਰਪਾ ਵੀ ਕਰਦਾ, ਪਰਮਾਤਮਾ ਦਇਆ ਵੀ ਕਰਦਾ। ਇਸ ਜੋ ਗੁਣ ਨੇ ਉਹਦੇ। ਅਤੇ ਅਖੀਰਲਾ ਛੰਦ ਹੈ ਚਤਰ ਚਕਰ ਵਰਤੀ, ਚਤਰ ਚਕਰ ਭੁਗਤੇ, ਸਵਯੰਭਵ ਸੁਭੰਗ ਸਰਬਦਾ ਸਰਬ ਜੁਗਤੇ, ਦੁਕਾਲੰਗ ਪਰਨਾਸੇ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਚਤਰ ਚਾਰ ਨੂੰ ਕਹਿੰਦੇ ਨੇ। ਚਤਰ ਮੈਨੇ ਚਾਰ, ਚੱਕਰ ਹੁੰਦੇ ਦਿਸ਼ਾਵਾਂ, ਵਰਤੀ ਵਰਤਨ ਵਾਲਾ। ਚਤਰ ਚੱਕਰ ਵਰਤੀ, ਪਰਮਾਤਮਾ ਚਾਰੇ ਦਿਸ਼ਾਵਾਂ 'ਚ ਵਰਤਣ ਵਾਲਾ ਹੈ। ਭਾਵ ਕੋਈ ਐਸੀ ਦਿਸ਼ਾ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ, ਉਹ ਸਭ ਥਾਵਾਂ 'ਤੇ ਹੈ। ਚਤਰ ਚੱਕਰ ਵਰਤੀ, ਪਰਮਾਤਮਾ ਚਾਰੇ ਦਿਸ਼ਾਵਾਂ ਦੇ ਵਿੱਚ ਵਰਤਣ ਵਾਲਾ ਹੈ। ਚਤਰ ਚੱਕਰ ਭੁਗਤੇ, ਉਹ ਚਾਰੇ ਦਿਸ਼ਾਵਾਂ 'ਚ ਭੋਗਣ ਵਾਲਾ ਹੈ, ਭੋਗ ਭੋਗਦਾ ਹੈ। ਆਪਾਂ ਵੀ ਭੋਗ ਭੋਗਦੇ ਹਾਂ, ਚੀਜ਼ਾਂ ਖਾਂਦੇ ਪੀਂਦੇ ਹਾਂ। ਪਰਮਾਤਮਾ ਸਾਡੇ ਵਿੱਚ ਬੈਠਾ ਭੋਗ ਰਿਹਾ ਹੈ, ਇਸ ਲਈ ਭੁਗਤੇ ਹੈ, ਭੋਗਣ ਵਾਲਾ।
ਚਤਰ ਚੱਕਰ ਭੁਗਤੇ, ਚਾਰੇ ਦਿਸ਼ਾਵਾਂ 'ਚ ਭੋਗਣ ਵਾਲਾ ਹੈ। ਸਵਯੰਭਵ, ਜਿਹੜਾ ਆਪਣੇ ਆਪ ਤੋਂ ਹੋਵੇ, ਜਿਹਨੂੰ ਸਹਿਬਹੰਗ ਕਹਿੰਦੇ ਨੇ। ਜਪਜੀ ਸਾਹਿਬ ਉਸਨੂੰ ਕੀ ਲਿਖਿਆ? ਸਹਿਬਹੰਗ। ਸਵਯੰਭਵ, ਜੋ ਆਪਣੇ ਆਪ ਤੋਂ ਹੈ। ਸੁਭੰਗ, ਸੁੰਦਰ ਨੂੰ ਕਹਿੰਦੇ ਨੇ। ਪਰਮਾਤਮਾ ਆਪਣੇ ਆਪ ਤੋਂ ਹੈ। ਉਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ। ਸਾਨੂੰ ਤਾਂ ਉਸ ਨੇ ਬਣਾਇਆ ਨਾ, ਸਾਡਾ ਤੇ ਉਹ ਕਰਤਾ ਹੈ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ, ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਹੈ। ਸੁਭੰਗ, ਉਹ ਸੁੰਦਰ ਹੈ। ਸਰਬ ਦਾ ਸਰਬ ਜੁਗਤੇ, ਤੇ ਹਮੇਸ਼ਾ ਲਈ, ਸਰਬ ਦਾ ਹਮੇਸ਼ਾ ਲਈ, ਸਰਬ ਜੁਗਤੇ, ਸਾਰਿਆਂ ਨਾਲ ਜੁੜਿਆ ਹੋਇਆ ਹੈ। ਉਹ ਨਿਰਲੇਪ ਵੀ ਹੈ ਅਤੇ ਸਾਰਿਆਂ ਨਾਲ ਜੁੜਿਆ ਹੋਇਆ ਵੀ ਹੈ। ਸਵਯੰਭਵ, ਪਰਮਾਤਮਾ ਆਪਣੇ ਆਪ ਤੋਂ ਹੈ। ਸੁਭੰਗ, ਉਹ ਸੁੰਦਰ ਹੈ। ਸਰਬ ਦਾ ਸਰਬ ਜੁਗਤੇ, ਉਹ ਸਦਾ ਹੀ ਸਭ ਨਾਲ ਜੁੜਿਆ ਹੋਇਆ ਹੈ। ਦੁਕਾਲੰ, ਦੋ ਕਾਲ, ਦੋ ਕਾਲ ਨੂੰ ਦੁਕਾਲੰ ਕਹਿੰਦੇ। ਦੋ ਕਾਲ, ਇੱਕ ਜਨਮ ਇੱਕ ਮਰਨ। ਦੁਕਾਲੰਗ ਪ੍ਰਨਾਸੀ, ਉਹ ਸਾਡੇ ਜਨਮ ਮਰਨ ਨੂੰ ਮਾਰਨ ਵਾਲਾ ਹੈ। ਭਾਵ ਜਨਮ ਮਰਨ ਨੂੰ ਖਤਮ ਕਰਨ ਵਾਲਾ ਹੈ। ਉਹ ਜੰਮਣ ਮਰਨ ਨੂੰ ਖਤਮ ਕਰਨ ਵਾਲਾ ਹੈ। ਪ੍ਰਨਾਸੀ, ਨਾਸ਼ ਕਰਨ ਵਾਲਾ ਹੈ। ਦੁਕਾਲੰਗ ਪ੍ਰਨਾਸੀ, ਉਹ ਦੋਨਾਂ ਕਾਲਾਂ ਨੂੰ ਨਾਸ਼ ਕਰਨ ਵਾਲਾ ਹੈ। ਭਾਵ ਉਹ ਜਨਮ ਮਰਨ ਨੂੰ ਨਾਸ਼ ਕਰਨ ਵਾਲਾ ਹੈ। ਦਿਆਲੰਗ ਸਰੂਪੇ, ਉਹ ਤਾਂ ਦਿਆਲੂ ਹੈ। ਉਹ ਦਿਆਲੂ ਸਰੂਪ ਵਾਲਾ ਹੈ। ਸਦਾ ਅੰਗ ਸੰਗੇ, ਉਹ ਤਾਂ ਸਦਾ ਹੀ ਨਾਲ ਹੈ। ਉਹ ਤਾਂ ਸਦਾ ਹੀ ਸਾਡੇ ਨਾਲ ਹੈ। ਅਭੰਗੰ, ਉਹ ਨਾਸ਼ ਤੋਂ ਰਹਿਤ ਹੈ, ਉਹ ਵਿਨਾਸ਼ੀ ਹੈ। ਵਿਭੂਤੇ, ਅਤੇ ਬੜੀ ਧਨ ਸੰਪਦਾ ਵਾਲਾ ਹੈ। ਦੁਕਾਲੰਗ ਪ੍ਰਨਾਸੀ, ਉਹ ਦੋਨਾਂ ਕਾਲਾਂ ਨੂੰ ਨਾਸ਼ ਕਰਨ ਵਾਲਾ ਹੈ। ਭਾਵ ਜੰਮਣ ਮਰਨ ਨੂੰ ਨਾਸ਼ ਕਰਨ ਵਾਲਾ ਹੈ। ਦਿਆਲੰਗ ਸਰੂਪੇ, ਉਹਦਾ ਸਰੂਪ ਦਿਆਲੂ ਹੈ। ਭਾਵ ਉਹ ਦਿਆਲੂ ਸਰੂਪ ਹੈ ਉਹਦਾ। ਸਦਾ ਅੰਗ ਸੰਗੇ, ਉਹ ਸਦਾ ਹੀ ਸਾਡੇ ਨਾਲ ਹੈ। ਅਭੰਗੰ, ਉਹ ਅਵਿਨਾਸ਼ੀ ਹੈ। ਵਿਭੂਤੇ, ਉਹ ਬੜਾ ਤਪ ਤੇਜ ਵਾਲਾ, ਧਨ ਸੰਪਦਾ ਵਾਲਾ ਹੈ। ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਪ ਜੀ ਦੀ ਅਪਾਰ ਕਿਰਪਾ ਹੋਈ ਹੈ। ਜਾਪ ਸਾਹਿਬ ਦੀ ਕਥਾ ਵਾਰਤਾ ਅੱਜ ਸੰਪੂਰਨ ਹੋਈ ਹੈ। ਆਪ ਜੀ ਨੇ ਇਸੇ ਤਰ੍ਹਾਂ ਮੇਰਾ ਭਰਿਆ ਹੱਥ ਰੱਖਣਾ ਹੈ। ਕੱਲ੍ਹ ਨੂੰ ਤਪ ਪ੍ਰਸਾਦ ਸਵਈਏ, ਸਵਈਏ ਦੋ ਪ੍ਰਕਾਰ ਦੇ ਵਿੱਚ ਜਿਹੜੇ ਤਪ ਪ੍ਰਸਾਦ ਸਵਈਏ ਨੇ, ਇਹ ਜਿਹੜਾ 5 ਬਾਣੀ ਸ਼ਾਮਲ ਨੇ। ਕੱਲ੍ਹ ਨੂੰ ਇਹ 10 ਸਵਈਏ ਨੇ। ਕੱਲ੍ਹ ਨੂੰ ਇਹਨਾਂ ਦੀ ਕਥਾ ਸ਼ੁਰੂ ਹੋਵੇਗੀ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।